ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਦੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰਖ ਲੀਨੀ ਹਰ ਮੇਰੀ। ਅਬ ਤਬ ਜਬ ਕਬ ਤੂਹੀ ਤੂਹੀ ਹਮ ਤੋ ਪ੍ਰਸਾਦ ਸੁਖੀ ਸਦਹੀ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮਦੀ ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਜਨ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਬੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਤੀਜਾ। ਸੋ ਸੂਚਾ ਜੇ ਕ੍ਰੋਧ ਨਿਵਾਰੇ ਸਭ ਦੇ ਬੂਝੈ ਆਪ ਸਵਾਰੇ। ਆਪੇ ਕਰੇ ਕਰਾਏ ਕਰਤਾ ਆਪੇ ਮਨ ਵਸਾਏਂਦਾ। ਸੋ ਸੂਚਾ ਜੇ ਕ੍ਰੋਧ ਨਿਵਾਰੇ ਸਭ ਦੇ ਬੂਝੈ ਆਪ ਸਵਾਰੇ।
ਆਪੇ ਕਰੇ ਕਰਾਏ ਕਰਤਾ, ਆਪੇ ਮਨ ਵਸਾਏਂਦਾ। ਨਿਰਮਲ ਭਗਤ ਹੈ ਨਿਰਾਲੀ, ਮਨ ਤਨ ਧੋਵਹਿ ਸ਼ਬਦ ਵਿਚਾਰੀ। ਅਨ ਦਿਨ ਸਦਾ ਰਹੈ ਰੰਗ ਰਾਤਾ, ਕਰ ਕਿਰਪਾ ਭਗਤ ਕਰਾਏਂਦਾ। ਇਸ ਮਨ ਮੰਦਰ ਮਹਿ ਮਨੁਆ ਧਾਵੈ, ਸੁਖ ਪੱਲਰ ਤਿਆਗ ਮਹਾ ਦੁਖ ਪਾਵੈ। ਬਿਨ ਸਤਿਗੁਰ ਭੇਟੇ ਠੌਰ ਨ ਪਾਵੈ, ਆਪੇ ਖੇਲ ਕਰਾਏਂਦਾ। ਆਪ ਅਪਰੰਪਰ ਆਪ ਵਿਚਾਰੀ, ਆਪੇ ਮੇਲੇ ਕਰਨੀ ਸਾਰੀ। ਕਿਆ ਕੋ ਕਾਰ ਕਰੇ ਵਿਚਾਰਾ, ਆਪੇ ਬਖਸ਼ ਮਿਲਾਏਂਦਾ। ਆਪ ਅਪਰੰਪਰ ਆਪ ਵਿਚਾਰੀ, ਆਪੇ ਮੇਲੇ ਕਰਨੀ ਸਾਰੀ। ਕਿਆ ਕੋ ਕਾਰ ਕਰੇ ਵਿਚਾਰਾ, ਆਪੇ ਬਖਸ਼ ਮਿਲਾਏਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖ਼ਤ ਦੇ ਮਾਲਕ, ਬਾਣੀ ਕੇ ਬੋਹਿਥ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਵੱਡ ਭਾਗੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਹਿਬੇ ਕਮਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਾਹਿਬਾਂ ਦੇ ਪਾਵਨ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਤੀਸਰੇ ਗੁਰਦੇਵ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ, ਉਹਨਾਂ ਦੀ ਪਾਵਨ ਬਾਣੀ ਮਾਰੂ ਸੋਲ੍ਹੇ ਬਾਣੀ ਦੀ ਵਿਚਾਰ ਚੱਲ ਰਹੀ ਹੈ। ਗੁਰੂ ਪਾਤਸ਼ਾਹ ਦੀ ਕਿਰਪਾ ਸਦਕਾ ਕੱਲ੍ਹ ਵਾਲੀ ਵਿਚਾਰ ਦੇ ਵਿੱਚ ਪਹਿਲੇ 4 ਬੰਦਾਂ ਦੀ ਵਿਚਾਰ ਆਪ ਜੀ ਨੇ ਸ਼ਰਵਣ ਕੀਤੀ ਸੀ। ਸਤਿਗੁਰੂ ਮਹਾਰਾਜ ਜੀ ਦੇ ਪਾਵਨ ਅੰਕ
1059 ਤੋਂ ਇਹ ਸ਼ਬਦ ਪ੍ਰਾਰੰਭ ਹੁੰਦਾ ਹੈ ਤੇ 1060 ਤੇ ਜਾ ਕੇ ਪਾਵਨ ਸ਼ਬਦ ਦੀ ਸਮਾਪਤੀ ਹੈ। ਤੇ ਸਤਿਗੁਰੂ ਮਹਾਰਾਜ ਜੀ ਨੇ ਕੱਲ੍ਹ ਵਾਲੇ ਸ਼ਬਦ ਦੇ ਵਿੱਚ ਵਿਚਾਰ ਦੇ ਵਿੱਚ ਇਸ ਸਰੀਰ ਨੂੰ ਇੱਕ ਕਿਲੇ ਦੀ ਨਿਆਈ ਸੱਤ ਨੂੰ ਦੱਸਣਾ ਕੀਤਾ ਸੀ ਕਿ ਸਰੀਰ ਇੱਕ ਕਿਲੇ ਦੀ ਨਿਆਈ ਹੈ। ਇਸੇ ਹੀ ਸਰੀਰ ਕਿਲੇ ਦੇ 'ਚ ਮਾਇਆ ਦਾ ਮੋਹ ਪਰਮਾਤਮਾ ਨੇ ਪਾਇਆ ਹੋਇਆ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾਂ ਫਿਰ ਜੀਵ ਜਿਹੜਾ ਇੱਕ ਤਰ੍ਹਾਂ ਭਸਮ ਦੀ ਢੇਰੀ ਦੀ ਨਹੀਂ ਬਣਦਾ, ਜਿਉਂਦਿਆਂ ਜੀ ਇਸ ਤਰ੍ਹਾਂ ਦੀ ਖੇਹ ਦੀ ਹੋ ਰਹੀ ਹੈ। ਫਿਰ ਇਸੇ ਹੀ ਸਰੀਰ ਕਿਲੇ ਨੂੰ ਪਾਤਸ਼ਾਹ ਨੇ ਕੰਚਨ ਆਖ ਦਿੱਤਾ ਕਿ ਇਹ ਸੋਨਾ ਹੈ। ਸੋਨਾ ਕਿਵੇਂ ਹੈ? ਜਦੋਂ ਬ੍ਰਹਮ ਰੂਪੀ ਪਰਮੇਸ਼ਰ ਨੂੰ ਪ੍ਰਾਪਤ ਕਰ ਲਵੇ, ਉਹਦਾ ਉਸ ਮਾਲਕ ਨਾਲ ਇੱਕਮਿਕ ਹੋ ਜਾਵੇ ਤੇ ਸੋਨਾ ਸ਼ੁੱਧ ਮੰਨਿਆ ਗਿਆ। ਬ੍ਰਹਮ ਪਰਮੇਸ਼ਰ ਵੀ ਸ਼ੁੱਧ ਹੈ ਤੇ ਸੋਨਾ ਵੀ ਸ਼ੁੱਧ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਜਿਹੜਾ ਸਰੀਰ ਹੈ ਤੇਰਾ ਭਾਈ ਸੋਨੇ ਦੀ ਨਿਆਈ ਹੈ, ਜਿਹਦੇ ਵਿੱਚ ਕਹਿੰਦੇ ਇਸ ਸਰੀਰ ਵਿੱਚ ਹੀ ਗੁਰੂ ਦਾ ਸ਼ਬਦ ਸਮਾਇਆ ਹੋਇਆ ਹੈ। ਤੇ ਜਿਹੜੇ ਗੁਰਮੁਖ ਜਨ ਉਸ ਮਾਲਕ ਦੇ ਗੁਣਾਂ ਦਾ ਗਾਇਨ ਕਰਦੇ ਹਨ, ਉਸ ਪ੍ਰੀਤਮ ਨਾਲ ਮਿਲ ਜਾਂਦੇ ਨੇ। ਪ੍ਰੀਤਮ ਨਾਲ ਮਿਲ ਕੇ ਫਿਰ ਇੱਕਮਿਕ ਹੋ ਜਾਂਦੇ ਹਨ। ਫਿਰ ਸਤਿਗੁਰੂ ਮਹਾਰਾਜ ਨੇ ਫਿਰ ਸੋਨੇ ਤੋਂ ਬਾਅਦ ਕਹਿਣ ਲੱਗੇ ਇਹੀ ਪੰਜ ਭੂਤਕ ਸਰੀਰ ਤੇਰਾ ਹਰਮੰਦਰ ਹੈ। ਜਿਵੇਂ ਆਪਾਂ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਪ੍ਰਤੱਖ ਤੌਰ 'ਤੇ ਹਰਿਮੰਦਰ ਸਾਹਿਬ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਿਆ, ਬੱਧੋ ਪੁਰਖ ਵਿਧਾਤੈ ਤਾ ਤੂੰ ਸੋਹਿਆ। ਗੁਰੂ ਰਾਮਦਾਸ ਨਗਰੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜਿਵੇਂ ਸਾਡਾ ਕੇਂਦਰੀ ਅਸਥਾਨ ਹੈ ਤੇ ਸਾਡਾ ਉਹ ਦਿਲ ਹੈ ਸਿੱਖ ਸੰਗਤਾਂ ਦਾ। ਤੇ ਗੁਰੂ ਸਵਾਰਿਓ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਤੇਰਾ ਅੰਤःਕਰਣ ਵੀ ਹਰਿਮੰਦਰ ਹੈ। ਇਹ ਬਾਹਰ ਨਕਸ਼ਾ ਹੈ, ਤੇਰੇ ਅੰਦਰ ਵੀ ਇਹੀ ਬਣਿਆ ਹੋਇਆ ਹੈ। ਪਰ ਜਦੋਂ ਤੱਕ ਤੂੰ ਗੁਰੂ ਰੂਪੀ ਪੁਲ ਉੱਤੇ ਸਵਾਰ ਨਹੀਂ ਹੁੰਦਾ, ਜਿਵੇਂ ਹਰਿਮੰਦਰ ਸਾਹਿਬ ਅੰਦਰ ਜਾਣ ਦੇ ਲਈ ਦਰਸ਼ਨੀ ਦਿਉੜੀ ਰਾਹੀਂ ਆਪਾਂ ਪ੍ਰਵੇਸ਼ ਹੁੰਦੇ ਹਾਂ, ਪੁਲ ਉੱਤੇ ਸਵਾਰ ਹੋ ਕੇ ਫਿਰ ਆਪਾਂ ਅੰਦਰ ਜਾਂਦੇ ਹਾਂ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਜਿਹੜਾ ਗੁਰੂ ਦਾ ਉਪਦੇਸ਼ ਕਮਾਣਾ, ਸਤਿਗੁਰੂ ਦੀ ਬਾਣੀ ਪੜ੍ਹਨੀ, ਸਿਮਰਨ ਕਰਨਾ, ਸਿਮਰਨ ਕਰਕੇ ਪਾਤਸ਼ਾਹ ਕਹਿੰਦੇ ਫਿਰ ਇਸ ਤਰ੍ਹਾਂ ਤੂੰ ਅੰਤःਕਰਨ ਰੂਪੀ ਹਰਿਮੰਦਰ ਦੇ ਵਿੱਚ ਪ੍ਰਵੇਸ਼ ਹੋ ਸਕਦਾ ਹੈ। ਤੈਨੂੰ ਅੰਤःਕਰਨ ਦੇ ਵਿੱਚੋਂ ਉਹ ਪਰਿਪੂਰਨ ਪਰਮਾਤਮਾ ਵਾਹਿਗੁਰੂ ਪ੍ਰਾਪਤ ਹੋ ਸਕਦਾ ਹੈ। ਇਸ ਕਰਕੇ ਪਾਤਸ਼ਾਹ ਨੇ ਦੇਖਿਆ ਤੇ ਪਾਤਸ਼ਾਹ ਕਹਿਣ ਲੱਗੇ ਇਹ ਸਰੀਰ ਹਰਿਮੰਦਰ ਹੈ। ਇਹ ਹਰਿਮੰਦਰ ਹੈ ਸਰੀਰ, ਇਹਦੇ ਵਿੱਚ ਉਹ ਵਾਹਿਗੁਰੂ ਆਪ ਵਸਦਾ ਹੈ, ਪਰਮੇਸ਼ਰ ਵਸਦਾ ਹੈ। ਜਿਹੜੇ ਪ੍ਰਭੂ ਦੇ ਪਿਆਰੇ ਨੇ ਉਹ ਗੁਰੂ ਦੇ ਸ਼ਬਦ ਦਾ ਵਣਜ ਵਪਾਰ ਕਰਦੇ ਹਨ, ਹੱਠੇ ਪੈਰ ਉਸ ਮਾਲਕ ਦੇ ਗੁਣਾਂ ਦਾ ਗਾਇਨ ਕਰਦੇ ਨੇ ਤੇ ਉਹਨਾਂ ਉੱਤੇ ਮਾਲਕ ਫਿਰ ਬਖਸ਼ਿਸ਼ ਕਰਕੇ ਉਹਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਇਹ ਵਿਚਾਰ ਆਪ ਜੀ ਨੇ ਕੱਲ੍ਹ ਸਰਵਣ ਕੀਤੀ ਸੀ। ਹੁਣ ਸਤਿਗੁਰੂ ਮਹਾਰਾਜ ਜੀ ਅਗਲੇ ਬੰਦ ਰਾਹੀਂ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਜੋ ਸਤਿਗੁਰੂ ਜੀ ਨੂੰ ਸਿੱਖ ਸੰਗਤਾਂ ਸਵਾਲ ਕਰਦੀਆਂ ਨੇ ਤੇ ਪਾਤਸ਼ਾਹ ਉਹਨਾਂ ਦੇ ਸਵਾਲਾਂ ਦਾ ਉੱਤਰ ਦੇ ਰਹੇ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ, ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋ ਸੁਚਾ ਜੇ ਕ੍ਰੋਧ ਨਿਵਾਰੇ, ਸਭ ਦੇ ਬੂਝੈ ਆਪ ਸਵਾਰੇ। ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਜਦੋਂ ਜਗਿਆਸੂ ਸਿੱਖਾਂ ਨੇ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਸਵਾਲ ਕੀਤਾ, ਪਹਿਲਾ ਸਵਾਲ ਕੀਤਾ ਕਿ ਪਾਤਸ਼ਾਹ ਸੁੱਚੇ ਕੌਣ ਨੇ? ਸੁੱਚੇ ਕੌਣ ਨੇ? ਫਿਰ ਪਾਤਸ਼ਾਹ ਜੀ ਇਸ
ਅੰਤःਕਰਨ ਨੂੰ ਕਿਵੇਂ ਧੋਤਾ ਜਾ ਸਕਦਾ, ਕਿਵੇਂ ਸਾਫ਼ ਕੀਤਾ ਜਾ, ਦੋ ਸਵਾਲ ਨੇ। ਪਹਿਲਾ ਸੁੱਚੇ ਕੌਣ ਨੇ, ਫਿਰ ਜੀਵਨ ਨਿਰਮਲ ਕਿਵੇਂ ਹੁੰਦਾ ਹੈ, ਸ਼ੁੱਧ ਕਿਵੇਂ ਹੁੰਦਾ ਹੈ, ਆਪ ਜੀ ਬਖਸ਼ਿਸ਼ ਕਰੋ। ਤੇ ਗੁਰੂ ਆਮ ਤੌਰ 'ਤੇ ਆਪਾਂ ਦੇਖਦੇ ਹਾਂ ਕਿ ਮਨੁੱਖ ਆਪਣੇ ਸਰੀਰਕ ਕਿਰਿਆ ਨੂੰ ਸੋਧਦਾ, ਜਿਵੇਂ ਹਰ ਮਨੁੱਖ ਹੈ ਚਾਹੇ ਕੋਈ ਵੀ ਹੈ, ਉਹ ਸਵੇਰੇ ਉੱਠਦੇ ਸਾਰ ਦਾਤਨ ਕੁਰਲਾ ਬੁਰਸ਼ ਇਤਿਆਦਿ ਕਰਦਾ, ਫਿਰ ਉਹ ਇਸ਼ਨਾਨ ਕਰਦਾ, ਸਾਫ਼ ਵਸਤਰ ਪਹਿਨ ਲੈਂਦਾ, ਤੇ ਆਪਾਂ ਕਹਿੰਦੇ ਕਿ ਫਲਾਣਾ ਜੀ ਸੁੱਚਾ, ਮੈਂ ਸੁੱਚਾ ਹੋ ਗਿਆ। ਬਾਹਰ ਦੀ ਮੈਲ ਤਾਂ ਆਪਾਂ ਉਤਾਰ ਲਈ, ਚੰਗੇ ਵਸਤਰ ਪਹਿਨ ਲਏ, ਸਰੀਰ ਉੱਤੇ ਅਤਰ ਇਤਿਆਦਿਕ ਦਾ ਪ੍ਰਹੂਨ ਲਾਣਾ ਕੀਤਾ, ਤੇ ਆਪਣੇ ਸਰੀਰ ਨੂੰ ਚੰਗੀ ਤਰ੍ਹਾਂ ਸੰਵਾਰ ਲਿਆ, ਕੀ ਉਹ ਸੁੱਚਾ ਹੋ ਗਿਆ? ਤੇ ਸਤਿਗੁਰੂ ਕਹਿੰਦੇ ਇਹ ਸੋਚ ਉਸ ਮਾਲਕ ਦੇ ਦਰ 'ਤੇ ਪ੍ਰਵਾਨ ਨਹੀਂ, ਅਸਲ ਵਿੱਚ ਤੇਰੇ ਮਨ ਦੀ ਸੋਚ ਚਾਹੀਦੀ ਹੈ, ਤੇਰਾ ਅੰਤःਕਰਨ ਸ਼ੁੱਧ ਹੋਣਾ ਚਾਹੀਦਾ ਹੈ। ਭਾਂਡੇ 'ਚ ਵਸਤੂ ਪਾਈਏ, ਪਹਿਲਾਂ ਭਾਂਡੇ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਂਦਾ ਹੈ। ਜੇ ਆਪਾਂ ਸੋਚੀਏ ਕਿ ਭਾਂਡੇ ਨੂੰ ਆਪਾਂ ਬਾਹਰੋਂ ਸਾਫ਼ ਕਰ ਦਈਏ, ਅੰਦਰੋਂ ਸਾਫ਼ ਨਾ ਕਰੀਏ, ਉਹਦੇ 'ਚ ਆਪਾਂ ਪਦਾਰਥ ਪਾ ਲਈਏ, ਤੇ ਇਸ ਤਰ੍ਹਾਂ ਹੋ ਸਕਦਾ ਗੁਰੂ ਸਵਾਰੇ? ਪਦਾਰਥ ਪਾਵਾਂਗੇ ਤੇ ਪਦਾਰਥ ਖੁਆਰ ਹੋ ਜਾਣਗੇ। ਭਾਂਡੇ 'ਚ ਵਸਤੂ ਪਾਉਣ ਦੇ ਲਈ ਪਹਿਲਾਂ ਭਾਂਡੇ ਨੂੰ ਅੰਦਰੋਂ ਮਾਂਜਣਾ ਪਵੇਗਾ। ਪੁਰਾਣੇ ਸਮੇਂ ਵਿੱਚ ਆਪਾਂ ਦੇਖਦੇ ਹੁੰਦੇ ਹਾਂ, ਜਦੋਂ ਬੀਬੀਆਂ ਚੁੱਲ੍ਹੇ ਉੱਤੇ ਬਰਤਨ ਰੱਖਦੀਆਂ, ਪਤੀਲਾ ਇਤਿਆਦਿਕ ਰੱਖਦੀਆਂ ਹੁੰਦੀਆਂ ਸਨ, ਤੇ ਉਦੋਂ ਕਈ ਵਾਰੀ ਉਹਦੇ ਚੁੱਲ੍ਹੇ ਨੂੰ ਬਾਹਰ ਪਤੀਲੇ ਨੂੰ ਮਿੱਟੀ ਲਾ ਦੇਣੀ। ਮਿੱਟੀ ਕਾਹਦੇ ਲਈ? ਤਾਂ ਕਿ ਇਹ ਜਿਹੜਾ ਸਾਡਾ ਭਾਂਡਾ ਹੈ ਇਹ ਕਾਲਖ ਨਾਲ ਕਾਲਾ ਨਾ ਹੋ ਜਾਵੇ। ਹੁਣ ਬਾਹਰੋਂ ਮਿੱਟੀ ਲਾਈ ਹੁੰਦੀ ਹੈ ਤੇ ਅੰਦਰੋਂ ਉਹ ਭਾਂਡਾ ਬਿਲਕੁਲ ਸਾਫ਼ ਹੁੰਦਾ ਹੈ। ਤੇ ਗੱਲ ਤਾਂ ਅੰਦਰ ਦੇ ਸਾਫ਼ ਦੀ ਹੈ, ਬਾਹਰਲੀ ਸਫਾਈ ਦੀ ਨਹੀਂ, ਅੰਦਰਲੀ ਸਫਾਈ ਦੀ ਹੈ। ਹੁਣ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਆਪਣੇ ਸਰੀਰ ਦੀ ਸਫਾਈ ਨਹੀਂ ਕਰਨੀ। ਸਤਿਗੁਰੂ ਦਾ ਕਹਿੰਦਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭੇ ਨਿਹਾਲ, ਮਨ ਤਨ ਭੇ ਅਰੋਗਾ। ਸਤਿਗੁਰੂ ਜਿੱਥੇ ਬਾਹਰਲੇ ਇਸ਼ਨਾਨ ਦੀ ਗੱਲ ਕੀਤੀ, ਉੱਥੇ ਅੰਦਰਲੇ ਇਸ਼ਨਾਨ ਦੀ ਵੀ ਗੱਲ ਕੀਤੀ ਹੈ ਕਿ ਸਿੱਖ ਨੇ ਦੋਨੋਂ ਇਸ਼ਨਾਨ ਕਰਨੇ ਨੇ। ਤਨ ਦੀ ਸਫਾਈ ਵੀ ਕਰਨੀ ਹੈ ਤੇ ਮਨ ਦੀ, ਤਨ ਦੀ ਸਫਾਈ ਜਲ ਨਾਲ ਕਰਨੀ ਹੈ, ਤਨ ਦੀ ਸਫਾਈ ਸਾਬਣ ਲਾ ਕੇ ਆਪਣੇ ਸਰੀਰ ਨੂੰ ਸਾਫ਼ ਕਰਨਾ ਹੈ, ਤੇ ਮਨ ਦੀ ਸਫਾਈ ਗੁਰ ਸ਼ਬਦ ਨਾਲ ਕਰਨੀ ਹੈ। ਮਨ ਦੀ ਸਫਾਈ ਗੁਰ ਮੰਤਰ ਨਾਲ, ਮੂਲ ਮੰਤਰ ਨਾਲ ਕਰਨੀ ਹੈ। ਇਸ ਤਰ੍ਹਾਂ ਕਹਿੰਦੇ ਫਿਰ ਭਾਈ ਸੁੱਚਾ ਹੋ ਸਕਦਾ ਹੈ। ਹੁਣ ਸਤਿਗੁਰੂ ਕਹਿੰਦੇ ਉਹ ਸੁੱਚੇ ਨੇ ਜਿਹੜੇ ਆਪਣੇ ਅੰਦਰੋਂ ਕ੍ਰੋਧ ਨਿਵਾਰੇ, ਜਿਹਨੇ ਆਪਣੇ ਅੰਦਰ ਕ੍ਰੋਧ ਨੂੰ ਖਤਮ ਕੀਤਾ ਹੋਇਆ ਹੈ। ਹੁਣ ਆਪਾਂ ਸਾਰੇ ਆਪਣੇ ਮਨਾਂ ਵੱਲ ਝਾਤੀ ਮਾਰਨਾ ਕਰੀਏ, ਮਨ ਵੱਲ ਦੇਖਣਾ ਕਰੀਏ ਕਿ ਸਾਡੇ ਅੰਦਰ ਕ੍ਰੋਧ ਨਹੀਂ ਹੈ, ਆਪਾਂ ਕ੍ਰੋਧੀ ਨਹੀਂ ਆ। ਜੇਕਰ ਸਾਡੇ ਅੰਦਰ ਕ੍ਰੋਧ ਸਮਾਇਆ ਹੋਇਆ, ਫਿਰ ਮਾਫ਼ ਕਰਨਾ, ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿ ਰਹੇ, ਮੈਂ ਨਹੀਂ ਕਹਿ ਰਿਹਾ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਜਿਹਦੇ ਅੰਦਰ ਕ੍ਰੋਧ ਹੈ ਉਹ ਸੁੱਚਾ ਨਹੀਂ ਹੋ ਸਕਦਾ ਹੈ। ਪਹਿਲਾਂ ਕ੍ਰੋਧ ਨੂੰ ਸ਼ਾਂਤ ਕਰਨਾ, ਜਦੋਂ ਕ੍ਰੋਧ ਸ਼ਾਂਤ ਹੋ ਗਿਆ ਫਿਰ ਕਹਿੰਦੇ ਉਹ ਸੁੱਚਾ ਗਿਣਿਆ ਜਾਵੇਗਾ। ਹੁਣ ਆਮ ਤੌਰ 'ਤੇ ਆਪਾਂ ਦੇਖਦੇ ਹਾਂ ਗੁਰੂ ਘਰ ਵਿਖੇ ਸੰਗਤਾਂ ਨਤਮਸਤਕ ਹੁੰਦੀਆਂ, ਤੇ ਗੁਰੂ ਕੀ ਸੰਗਤ ਵਿੱਚ ਬੈਠ ਕੇ ਕਥਾ ਸੁਣਨੀ, ਕੀਰਤਨ ਸੁਣਨਾ, ਜਾਂ ਹੱਥਾਂ ਨਾਲ ਸੇਵਾਵਾਂ ਕਰਨੀਆਂ, ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ, ਇਹ ਸਿੱਖ ਦੇ ਇਹ ਕਰਮ ਨੇ। ਸਿੱਖ ਨੇ ਆਪਣੇ ਜੀਵਨ ਵਿੱਚ ਇਹ ਕਰਮ ਜ਼ਰੂਰੀ ਕਰਨੇ ਹਨ। ਪਰ ਜੇ ਆਪਾਂ ਦੇਖੀਏ ਵੀ ਕਈ ਵਾਰ ਦੇਖਿਆ ਜਾਂਦਾ ਹੈ ਕਿ ਜੀਵ ਜਿਹੜਾ ਅੰਮ੍ਰਿਤ ਵੇਲੇ ਉੱਠਦਾ, ਮੁਬਾਰਕ ਹੈ ਅੰਮ੍ਰਿਤ ਉੱਠਣਾ, ਅਭਿਆਸ ਕਰਨਾ ਗੁਰਬਾਣੀ ਦਾ, ਚੰਗੀ ਗੱਲ ਹੈ, ਸਿਮਰਨ ਕਰਨਾ, ਤੇ ਕਈ ਵਾਰੀ ਫਿਰ ਮਨ 'ਚ ਹੰਕਾਰ ਆਉਂਦਾ, ਕ੍ਰੋਧ ਆਉਂਦਾ, ਮਨ 'ਚ ਹੰਕਾਰ ਆਉਂਦਾ ਕਿ ਮੇਰੇ ਜੈਸਾ ਕੋਈ ਨਹੀਂ, ਮੈਂ ਤਾਂ ਇੰਨੇ ਵਜੇ ਉੱਠ ਜਾਂਦਾ। ਲੋਕ ਸੁੱਤੇ ਹੁੰਦੇ ਨੇ ਤੇ ਮੈਂ ਉੱਠ ਕੇ ਨਿਤਨੇਮ ਕਰ ਲੈਂਦਾ ਹਾਂ।
मैं एक अद्धा घंटा चौंकड़ा मार के बैठदा, मैं उस मालक का सिमरन गुरमंत्र ते मूल मंत्र का अभ्यास करता। तो मैं तो अंदर खलोती हुई है, तो क्रोध अंदर पैदा हो गया। जिथे हंकार आया उत्थे नाल क्रोध ही हो गया कि मैं बलवान हाँ, तो दूजे नूं कुछ नहीं समझना। फिर जे गुरु घर विच सेवा करन लग पिया, सेवा करदिआं मन च माण आ जाता कि मैं गुरु घर की सेवा करता। तो जिस यही माण ही, यही हंकार ही क्रोध नूं जन्म दिंदा है। तो जदों साडे अंदर हंकार वधेगा तो क्रोध वधदा जावेगा। जे सतगुरु महाराज बख्शिश करके अमृत वेले जगाउंदे ने, अमृत वेले बाणी पढ़ाउंदे हन, जब सतगुरु महाराज अपने हत्थां नाल टहल सेवा कराउंदे ने, तो गुरु सवारिओ उदों ये आखना कि मैं नहीं सेवा कर रहा, मेरा गुरु मेरे पासों करवा रहा है। मैं नहीं सेवा, मैं नहीं सिमरन करता, मैं बाणी नहीं पढ़ता, मेरे विच की ताकत है कि बाणी पढ़ सकां। मेरे गुरु ने मैनूं थापड़ा देना कीता, गुरु की बख्शिश दे नाल ही मैं इस प्रकार ये बाणी पढ़ रहा हाँ। जब आप सब कुछ गुरु दे कोल आपां गुरु नूं मुख रखांगे, फिर गुरु सर साडे अंदर हंकार नहीं आ सकता, असी क्रोधी नहीं बनांगे, जिहदे अंदरों फिर ये खत्म हो गए तो असल विच फिर वो जीव सुच्चा है, वो जीव सुच्चा है। तो सतगुरु महाराज कहते ने जिन्हें अंदरों क्रोध निवारे, क्रोध नूं खत्म कर लिया, असल विच वो सुच्चे मने जाते हैं। हुण गुरबाणी दे विच आसा दी वार आप जी ने श्रवण कीती है। आसा दी वार विच सतगुरु महाराज कहते ने कि कहो नानक सच ध्याईऐ, सुच होवै तां गत पाईऐ। सतगुरु कहते कहो नानक सच ध्याई, सच्चे परमेश्वर नूं ध्याना करिए, सुच होवै तां सच पाईऐ। फिर कहते इस तरह जो सच्चे परमेश्वर की आराधना करांगे, उस मालक के गुणों का गैण करांगे, वाहिगुरु के गुण गैण करके फिर कहते सच्चे परमेश्वर नूं प्राप्त किया जा सकता है। फिर असल विच वो जीव सुच्चे हन, वो जीव शुद्ध हन। इत्थों तक पातशाह जी आसा दी वार विच होर वचन करते हैं। पातशाह कहते ने सुच्चे एह ना आखी है, बहन जे पिंडा धोए, सुच्चे सही नानका जिन मन वसिया सोए। सतगुरु महाराज वचन करते ने, कहते जिन्हां ने तीर्थां उत्ते इशनान कर लिया, पिंडे नूं धोना कीता, शरीर धो लिया, शरीर धो के बैठ के ते आख दिता कि असी सुच्चे हो गए हैं। तो गुरु साहिबान जी कहते नहीं, सुच्चे असल विच वो ने ਜਿਹੜੇ उस मालक नाल एक मिक ਹਨ, जिन्हां दे मन विच उस मालक का नाम बस गया, असल विच उन्हां जीवां नूं सुच्चे मन्निया जाता है। गुरु नानक साहब महाराज जिन्हां दे कोल उन्हां दे कुल दे लोग चल के आए, कहण लगे सतगुरु चलो साडे नाल चलना करो, असी 68 तीर्थां उत्ते इशनान करन लई जा रहे, तुसीं साडे नाल जाना करो। तुहानूं यात्रा करन दा बड़ा शौक है ना, तुसीं देशां विदेशां विचरदे, चलो तीर्थां तुहानूं यात्रा करवाईए। गुरु नानक साहब महाराज कहण लगे कि भाई असीं तां निता प्रति तीर्थां उत्ते इशनान करदे हां, तुसीं तां 6 महीनों बाद सालां वधी जांदे हो, मैं तां निता प्रति इशनान करदा, हर समय इशनान करदा रहिंदा। कहंदे वो किहड़ा तीर्थ होया ਜਿਹੜੇ तीर्थ तुसीं इशनान करते हो। तो धन गुरु पाद नानक दे महाराज कहण लगे वो है नाम का तीर्थ। नाम के तीर्थ उत्ते निता प्रति मैं इशनान करदा। ते पातशाह ने धनासरी राग शब्द उच्चारण करता, कहते ने तीर्थ नहावन जाओ, तीर्थ नाम है, तीर्थ शब्द विचार अंतर ज्ञान है।
ਗੁਰ ਗਿਆਨ ਸਾਚਾ ਥਾਨ ਤੀਰਥ, 10 ਪੁਰਬ ਸਦਾ ਦਸਾਹਰਾ। ਹੋ ਨਾਮ ਹਰ ਕਾ ਸਦਾ ਜਾਚੋ, ਦੇਹੋ ਪ੍ਰਭ ਧਰਣੀ ਧਰਾ। ਧਰਣੀ ਧਰਾ, ਹੇ ਧਰਤੀ ਦੇ ਆਸਰਾ ਪਰਮੇਸ਼ਰ, ਮੈਨੂੰ ਆਪਣੇ ਦਰੋਂ ਨਾਮ ਦੀ ਦਾਤ ਦੇਣਾ ਕਰੋ। ਹੋ ਨਾਮ ਹਰ ਕਾ ਸਦਾ ਜਾਚੋ, ਦੇਹੋ ਪ੍ਰਭ ਧਰਣੀ ਧਰਾ। ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੈ ਸੱਚ ਬਿਨਾ। ਗੁਰਵਾਕ ਨਿਰਮਲ ਸਦਾ ਚਾਨਣ, ਨਿਤ ਤੀ ਸਾਜ ਤੀਰਥ ਮੱਜਣਾ। ਮੱਜਣਾ ਮਲ ਮਲ ਕੇ ਨਹਾਣਾ। ਕਹਿੰਦੇ ਜਿਹੜਾ ਗੁਰੂ ਦੇ ਵਾਕ ਬਚਨ ਮੰਨਣੇ, ਸੰਸਾਰ ਨੂੰ ਕਹਿੰਦੇ ਰੋਗ ਲੱਗਿਆ, ਮੈਲ ਚਿਮੜੀ ਹੋਈ ਹੈ, ਵਿਕਾਰਾਂ ਦੀ ਮੈਲ, ਅਹੰਗ ਦਾ ਰੋਗ ਲੱਗਿਆ ਹੋਇਆ, ਤੇਰੀ ਦਵਾਈ ਹੈ ਪਰਮਾਤਮਾ ਦਾ ਨਾਮ। ਪਰਮਾਤਮਾ ਦਾ ਨਾਮ ਕਿਵੇਂ ਹਿਰਦੇ ਅੰਦਰ ਵਸਣਾ? ਤੇ ਗੁਰੂ ਪਾਤਸ਼ਾਹ ਨੇ ਗੁਰਵਾਕ ਨਿਰਮਲ, ਇਹਨੂੰ ਮੈਲ ਨੂੰ ਉਤਾਰਨ ਲਈ ਗੁਰੂ ਦਾ ਜਿਹੜਾ ਬਚਨ ਹੈ ਨਾ, ਗੁਰੂ ਦਾ ਸ਼ਬਦ ਹੈ, ਉਪਦੇਸ਼ ਹੈ, ਇਹ ਜੀਵ ਨਿਰਮਲ ਕਰਨ ਵਾਲਾ ਹੈ। ਜਿਹੜਾ ਗੁਰੂ ਦੇ ਬਚਨਾਂ ਨੂੰ ਕਮਾ ਲੈਣਾ, ਸ਼ਬਦ ਨਾਲ ਜੁੜ ਜਾਣਾ, ਅਸਲ ਵਿੱਚ ਕਹਿੰਦੇ ਇਹ ਨਿੱਤਾ ਪ੍ਰਤੀ ਹੀ ਮੱਜਣਾ ਇਸ਼ਨਾਨ ਹੋ ਰਿਹਾ ਹੈ। ਜੀਵ ਦਾ ਅੰਤःਕਰਣ ਧੋਤਾ ਜਾ ਰਿਹਾ ਹੈ। ਤੇ ਗੁਰੂ ਸਵਾਰੇ ਅਸਲ ਵਿੱਚ ਸੁੱਚੇ ਉਹ ਨੇ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਸੋ ਸੂਚਾ ਜੇ ਕ੍ਰੋਧ ਨਿਵਾਰੇ। ਹੁਣ ਜੇ ਸਾਡੇ ਅੰਦਰ ਕ੍ਰੋਧ ਖਤਮ ਹੋ ਗਏ ਆ ਤੇ ਆਪਾਂ ਇਹ ਵਿਚਾਰ ਕਰਨ ਕਿ ਬਾਕੀ ਆਪਾਂ ਸੁੱਚੇ ਹੋ ਗਏ ਆ। ਤਾਂ ਕ੍ਰੋਧ ਪਲ ਪਲ ਦੇ ਵਿੱਚ ਕਈ ਵਾਰੀ ਬਹੁਤ ਸਾਰੇ ਇਹੋ ਜਿਹੇ ਜੀਵ ਦੇਖਣਾ ਕਿ ਜਿਨ੍ਹਾਂ ਉੱਤੇ ਬੜੀ ਬਖਸ਼ਿਸ਼ ਹੈ, ਮਾਲਕ ਦੀ ਕਿਰਪਾ ਬੜੀ ਹੈ, ਉਹ ਦਿਨ ਰਾਤ ਪਰਮਾਤਮਾ ਦੀ ਆਰਾਧਨਾ ਕਰਦੇ ਨੇ, ਵਾਹਿਗੁਰੂ ਦੇ ਗੁਣਾਂ ਦਾ ਗਿਆਨ ਕਰਦੇ ਹਨ, ਪਰ ਥੋੜ੍ਹੀ ਥੋੜ੍ਹੀ ਗੱਲ ਕਰਕੇ ਉਹਨਾਂ ਉੱਤੇ, ਉਹਨਾਂ ਦੇ ਅੰਦਰ ਕ੍ਰੋਧ ਇੰਨਾ ਪੈਦਾ ਉਤਪੰਨ ਹੋ ਜਾਂਦਾ ਏ, ਉਹਨਾਂ ਨੂੰ ਫਿਰ ਆਪਣੇ ਆਪ ਦੀ ਸੋਝੀ ਨਹੀਂ ਰਹਿੰਦੀ ਹੈ ਕਿ ਅਸੀਂ ਕੀ ਬੋਲ ਰਹੇ ਹਾਂ, ਕੀ ਨਹੀਂ ਬੋਲਣਾ ਚਾਹੀਦਾ। ਅਤੇ ਇਸ ਤਰ੍ਹਾਂ ਜਦੋਂ ਤੱਕ ਇਹ ਹਿਰਦੇ ਅੰਦਰ ਕ੍ਰੋਧ ਹੈ, ਉਦੋਂ ਤੱਕ ਸਾਡੇ ਅੰਦਰ ਫਿਰ ਗੁਰੂ ਸਵਾਰਿਓ ਸਾਡਾ ਅੰਤःਕਰਣ ਸ਼ੁੱਧ ਨਹੀਂ ਹੈ, ਸੁੱਚਾ ਨਹੀਂ ਹੈ। ਕਿਉਂਕਿ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿ ਰਹੇ ਨੇ, ਸੋ ਸੂਚਾ ਜੇ ਕ੍ਰੋਧ ਨੇ, ਜਿਹਨੇ ਆਪਣੇ ਅੰਦਰ ਕ੍ਰੋਧ ਨੂੰ ਖਤਮ ਕਰ ਲਿਆ, ਕਹਿੰਦੇ ਉਹ ਅਸਲ ਵਿੱਚ ਸੁੱਚਾ ਹੈ। ਸ਼ਬਦੇ ਬੁੱਝੈ ਆਪ ਸਵਾਰੇ। ਕਹਿੰਦੇ ਇਸ ਗੱਲ ਨੂੰ ਕਿਵੇਂ ਜਾਣਿਆ ਜਾ ਸਕਦਾ ਹੈ? ਤੇ ਪਾਤਸ਼ਾਹ ਕਹਿੰਦੇ ਗੁਰੂ ਦੇ ਸ਼ਬਦ ਨਾਲ ਬੁੱਝਿਆ ਜਾਣਿਆ ਜਾ ਸਕਦਾ। ਗੁਰੂ ਦੇ ਸ਼ਬਦ ਨਾਲ ਜਾਣਿਆ ਜਾ ਸਕਦਾ ਹੈ। ਫਿਰ ਆਪ ਸਵਾਰੇ, ਇਸ ਤਰ੍ਹਾਂ ਸ਼ਬਦ ਨਾਲ ਜੁੜ ਕੇ ਹੀ ਜੀਵ ਆਪਣਾ ਆਪ ਸਵਾਰ ਲੈਂਦਾ ਹੈ, ਆਪਣੇ ਆਪ ਨੂੰ ਸ਼ੁੱਧ ਕਰ ਲੈਂਦਾ ਹੈ। ਹੁਣ ਪੰਜਾਂ ਉੱਤੇ ਕਾਬੂ ਪਾਉਣਾ, ਕੰਟਰੋਲ ਕਰਨਾ ਬੜਾ ਔਖਾ ਹੈ ਕਿ ਗੁਰੂ ਕਿਰਪਾ ਕਰ ਦੇਵੇ, ਰਹਿਮਤ ਕਰੇ, ਗੁਰੂ ਦੀ ਕਿਰਪਾ ਦੇ ਨਾਲ ਹੀ ਕੰਟਰੋਲ ਕੀਤਾ ਜਾ ਸਕਦਾ ਹੈ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦ ਹੋਏ। ਉਹਨਾਂ ਤੋਂ ਬਾਅਦ ਮੀਰੀ ਪੀਰੀ ਦੇ ਮਾਲਕ ਛੇਵੇਂ ਸਤਿਗੁਰੂ ਜੀ ਗੁਰਗੱਦੀ ਉੱਤੇ ਬਿਰਾਜਮਾਨ ਹੋਏ। ਸ਼੍ਰੀ ਅਕਾਲ ਤਖਤ ਸਾਹਿਬ ਸੱਜਣਾ ਕਰ ਦਿੱਤੀ ਅਤੇ ਗੁਰੂ ਸਵਾਰਿਓ ਫੌਜਾਂ ਸਤਿਗੁਰੂ ਭਰਤੀ ਕਰਨ ਲੱਗ ਪਏ। ਅਤੇ ਇਸ ਤਰ੍ਹਾਂ ਬਹੁਤ ਸਾਰੀ ਸੈਨਾ ਸਤਿਗੁਰੂ ਮਹਾਰਾਜ ਕੋਲ ਭਰਤੀ ਹੋ ਗਈ। ਸ਼ਸਤਰ ਵਿੱਦਿਆ ਦੇ ਅਭਿਆਸ ਹੁੰਦੇ ਹਨ। ਜਹਾਂਗੀਰ ਬਾਦਸ਼ਾਹ ਦਾ ਹਿਰਦਾ ਕੰਬਦਾ ਅਤੇ ਜਹਾਂਗੀਰ ਬਾਦਸ਼ਾਹ ਨੇ ਸਤਿਗੁਰੂ ਮਹਾਰਾਜ ਨਾਲ ਮਿੱਤਰਤਾ ਕਰਨੀ ਚਾਹੀ। ਮਨ 'ਚ ਇਹ ਡਰ ਸੀ ਕਿ ਪੰਜਵੇਂ ਗੁਰਦੇਵ ਜੀ ਨੂੰ ਮੈਂ ਸ਼ਹੀਦ ਕਰਵਾਇਆ, ਕਿਤੇ ਇਹ ਨਾ ਹੋਵੇ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੇ ਪਾਸੋਂ ਬਦਲਾ ਲੈ ਲਵੇ। ਫਿਰ ਗੁਰੂ ਸਾਹਿਬ ਆਪ ਸੱਚਾ ਹੋਣ ਦੇ ਲਈ ਜਹਾਂਗੀਰ ਬਾਦਸ਼ਾਹ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਨਾਲ ਮਿੱਤਰਤਾ ਦਾ ਹੱਥ ਵਧਾਉਣਾ ਕੀਤਾ, ਬੇਨਤੀ ਕੀਤੀ ਅਤੇ ਸਤਿਗੁਰੂ ਜੀ ਦਿੱਲੀ ਪਹੁੰਚੇ। ਇਤਿਹਾਸ ਦੱਸਦਾ ਕਿ ਦਿੱਲੀ ਦੀ ਧਰਤੀ ਉੱਤੇ ਸਤਿਗੁਰੂ ਮਹਾਰਾਜ ਨੇ ਸਮਾਪਤੀ 'ਤੇ ਕੀਤਾ। ਇੱਕ ਵਾਰੀ ਜਹਾਂਗੀਰ ਬਾਦਸ਼ਾਹ ਨੇ ਕੀ ਦੇਖਿਆ ਕਿ ਗੁਰੂ ਕਾ ਦਰਬਾਰ ਸਜਿਆ, ਗੁਰੂ ਕੀ ਹਜ਼ੂਰੀ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕੇ ਆ ਰਹੀਆਂ ਨੇ, ਜਿਹਦੇ ਵਿੱਚ
ਛੋਟੀਆਂ ਛੋਟੀਆਂ ਬੱਚੀਆਂ ਹਨ, ਬੱਚੇ ਵੀ ਹਨ, ਨੌਜਵਾਨ ਇਸਤਰੀਆਂ ਵੀ ਹਨ, ਪੁਰਸ਼ ਵੀ ਹਨ, ਬਜ਼ੁਰਗ ਵੀ ਹਨ। ਤੇ ਦੇਖ ਕੇ ਬੜਾ ਹੈਰਾਨ ਹੋ ਰਿਹਾ ਕਿ ਭੇਟਾਵਾਂ ਦੇ ਅੰਬਾਰ ਲੱਗ ਰਹੇ ਹਨ, ਭੇਟਾਵਾਂ ਬੜੀਆਂ ਆ ਰਹੀਆਂ। ਕੋਈ ਸ਼ਸਤਰ ਚੜ੍ਹਾ ਰਿਹਾ, ਕੋਈ ਵਸਤਰ, ਕੋਈ ਮਾਇਆ ਚੜ੍ਹਾ ਰਹੇ ਆ, ਕੋਈ ਘੋੜੇ ਸਤਿਗੁਰੂ ਨੂੰ ਆ ਕੇ ਅਰਪਣ ਕਰ ਰਹੇ ਆ। ਤੇ ਇੱਕ ਦਿਨ ਜਹਾਂਗੀਰ ਬਾਦਸ਼ਾਹ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਸਵਾਲ ਕਰ ਦਿੱਤਾ। ਕਹਿਣ ਲੱਗਿਆ ਕਿ ਪਾਤਸ਼ਾਹ ਜੀ, ਮੇਰੀਆਂ ਮੇਰੀਆਂ ਬੇਗਮਾਂ ਹਨ, 4 ਬੇਗਮਾਂ ਅਤ ਦੀਆਂ ਸੁੰਦਰ ਨੇ। ਮੈਂ ਉਹਨਾਂ ਤੋਂ ਬਿਨਾਂ ਇੱਕ ਪਲ ਵੀ ਨਹੀਂ ਰਹਿ ਸਕਦਾ ਹਾਂ। ਜਦੋਂ ਮੈਂ ਆਪਣੀਆਂ ਬੇਗਮਾਂ ਵੱਲ ਦੇਖਦਾ, ਮੇਰੇ ਅੰਦਰ ਕਾਮਨਾ ਜਾਗ ਜਾਂਦੀ ਹੈ, ਕਾਮ ਜਾਗਦਾ ਹੈ। ਤੇ ਸਤਿਗੁਰੂ ਜੀ, ਆਪ ਜੀ ਕਿਵੇਂ ਕੰਟਰੋਲ ਕਰਦੇ ਹੋ? ਤੁਹਾਡੇ ਕੋਲ ਜਦੋਂ ਤੁਹਾਡੇ ਦੀਵਾਨ ਸਜੇ ਹੁੰਦੇ ਨੇ, ਨੌਜਵਾਨ ਇਸਤਰੀਆਂ, ਸੁੰਦਰ ਸੁੰਦਰ ਇਸਤਰੀਆਂ ਤੁਹਾਨੂੰ ਆ ਕੇ ਸਜਦਾ ਕਰਦੀਆਂ ਨੇ, ਕਿ ਤੁਹਾਡੇ ਅੰਦਰ ਕਾਮ ਵਾਸ਼ਨਾ ਨਹੀਂ ਜਾਗਦੀ ਹੈ? ਇਹ ਸਵਾਲ ਬੜਾ ਗਹਿਰਾ ਸੀ ਜੋ ਸਤਿਗੁਰੂ ਮਹਾਰਾਜ ਨੂੰ ਕੀਤਾ ਗਿਆ। ਗੁਰੂ ਸਾਹਿਬਾਨ ਜੀ ਕਹਿਣ ਲੱਗੇ, ਤੁਹਾਡੇ ਸਵਾਲ ਦਾ ਉੱਤਰ ਜ਼ਰੂਰ ਦੇਵਾਂਗੇ, ਹਾਲੇ ਨਹੀਂ ਦੇਣਾ। ਕਹਿੰਦੇ ਨੇ 1-2 ਦਿਨ ਬਤੀਤ ਹੋਏ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅੱਜ ਕੌਤਕ ਰਚਿਆ। ਜਹਾਂਗੀਰ ਬਾਦਸ਼ਾਹ ਨੂੰ ਕਹਿਣ ਲੱਗੇ, ਆਪਣਾ ਹੱਥ ਦਿਖਾਣਾ ਕਰੋ, ਸੱਜਾ ਹੱਥ ਦਿਖਾਵੋ। ਤੇ ਜਹਾਂਗੀਰ ਬਾਦਸ਼ਾਹ ਨੇ ਸੱਜਾ ਹੱਥ ਜਦੋਂ ਅੱਗੇ ਕੀਤਾ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਬਾਦਸ਼ਾਹ, ਤੁਹਾਡੀ ਉਮਰ ਬੜੀ ਘੱਟ ਰਹਿ ਗਈ ਹੈ, ਤੁਹਾਡੀ ਉਮਰ ਬੜੀ ਘੱਟ ਗਈ ਹੈ, ਥੋੜ੍ਹੇ ਦਿਨ ਤੁਸੀਂ ਮਹਿਮਾਨ ਹੋ। ਕਹਿਣ ਲੱਗੇ, ਅੱਜ ਤੋਂ 7 ਦਿਨ ਬਾਅਦ 7ਵੇਂ ਦਿਨ ਤੁਹਾਡੀ ਮੌਤ ਹੋ ਜਾਣੀ ਹੈ। ਹੁਣ ਜਹਾਂਗੀਰ ਬਾਦਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਇਹ ਬਚਨ ਸੁਣੇ ਤੇ ਬਚਨ ਸੁਣ ਕੇ ਮਨ 'ਚ ਡਰ ਪੈਦਾ ਹੋ ਗਿਆ ਕਿ ਜਿਹੜਾ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਹੈ, 6ਵੇਂ ਸਤਿਗੁਰੂ ਜੀ ਹਨ, ਜੋ ਬਚਨ ਮੁਖੋਂ ਕਹਿੰਦੇ ਉਹ ਸੱਤ ਕਹਿੰਦੇ ਨੇ, ਅੰਤਰਜਾਮੀ ਨੇ ਪਾਤਸ਼ਾਹ। ਜੇ ਆਖਿਆ ਤੇ ਮੇਰੀ 7ਵੇਂ ਦਿਨ ਮੌਤ ਹੋਵੇਗੀ ਤੇ ਚਿੰਤਾ ਦੇ ਵਿੱਚ ਡੁੱਬ ਗਿਆ। ਮਹਿਲਾਂ ਵਿੱਚ ਗਿਆ, ਬੇਗਮਾਂ ਕੋਲ ਆਈਆਂ, ਪੁੱਛਦੀਆਂ ਨੇ ਕਿ ਬਾਦਸ਼ਾਹ ਸਲਾਮਤ, ਤੁਹਾਨੂੰ ਕੀ ਹੋਇਆ ਏ? ਅੱਗੋਂ ਕੋਈ ਉੱਤਰ ਨਹੀਂ ਦੇਣਾ। ਕਿ ਜਦੋਂ ਵਾਰ-ਵਾਰ ਉਹ ਕੋਲ ਆਉਣ ਦੀਆਂ ਕੋਸ਼ਿਸ਼ ਕਰਦੀਆਂ ਨੇ, ਉਹਨਾਂ ਉੱਤੇ ਉਹ ਭੁੜ ਕੇ ਪਿਆ। ਕਹਿਣ ਲੱਗਾ, ਮੇਰੇ ਕੋਲ ਨਾ, ਮੇਰੇ ਤੋਂ ਦੂਰ ਚਲੇ ਜਾਵੋ। ਸਿਪਾਹੀ ਆਉਂਦੇ ਨੇ, ਅਹਿਲਕਾਰ ਸਿਪਲ ਸਲਾਰ ਆਉਂਦੇ ਨੇ ਤੇ ਗੁਰੂ ਸਵਾਰਿਓ ਕਿਸੇ ਦੀ ਗੱਲਬਾਤ ਨਹੀਂ ਸੁਣ ਰਿਹਾ, ਨਾ ਕੁਝ ਚੰਗੀ ਤਰ੍ਹਾਂ ਖਾ ਰਿਹਾ, ਨਾ ਪੀ ਰਿਹਾ ਹੈ। ਬਸ ਇੱਕ ਹੀ ਮਨ 'ਚ ਇਹ ਹੈ ਕਿ ਮੇਰੀ ਮੌਤ ਮੇਰੇ ਸਾਹਮਣੇ ਹੈ। ਇੱਕ ਇੱਕ ਦਿਨ ਗਿਣਦਾ ਤੇ ਇਸ ਤਰ੍ਹਾਂ ਸਮਾਂ ਲੰਘਦਾ ਗਿਆ। ਕਹਿੰਦੇ ਨੇ 7ਵਾਂ ਦਿਨ ਲੰਘ ਜਦੋਂ ਆਇਆ ਨਾ, ਤੇ ਮਨ 'ਚ ਇਹ ਵਿਚਾਰ ਕਿ ਹੁਣ ਮੇਰੀ ਮੌਤ ਹੈ, ਮੈਂ ਅੱਜ ਮਰ ਜਾਣਾ ਹੈ। ਸੋਚਦਾ ਕਿ ਮੈਂ ਆਪਣੇ ਜੀਵਨ ਕਾਲ 'ਚ ਬੜੇ ਮਾੜੇ ਕਰਮ ਕੀਤੇ ਨੇ। ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਵਾਇਆ, ਹੋਰ ਅਨੇਕਾਂ ਪ੍ਰਕਾਰ ਦੇ ਮਾੜੇ ਕੰਮ ਕੀਤੇ ਨੇ। ਮੈਂ ਦੋਜ਼ਖਾਂ ਵਿੱਚ ਜਾਵਾਂਗਾ ਤੇ ਕਿਉਂ ਨਾ ਮੈਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਾਂ ਕਿ ਸਤਿਗੁਰੂ ਕਿਰਪਾ ਕਰਨੀ, ਮੈਂ ਅੱਜ ਮਰਨਾ ਤਾਂ ਹੈ ਹੀ ਹੈ, ਤੇ ਮਰਨ ਤੋਂ ਬਾਅਦ ਮੈਂ ਬਹਿਸ਼ਤਾਂ ਵਿੱਚ ਜਾਣਾ ਕਰਾਂ ਤੇ ਮੈਂ ਨਰਕਾਂ ਦਾ ਅਧਿਕਾਰੀ ਨਾ ਬਣਾ। ਕਹਿੰਦੇ ਨੇ ਉਸ ਸਮੇਂ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ ਗਿਆ, ਜਾ ਕੇ ਨੇ ਸਜਦਾ ਕੀਤਾ, ਨਮਸਕਾਰ ਕੀਤੀ। ਨਮਸਕਾਰ ਕਰਨ ਉਪਰੰਤ ਕਹਿਣ ਲੱਗਿਆ ਕਿ ਪਾਤਸ਼ਾਹ ਜੀ, ਮੇਰੇ ਤੇ ਕਿਰਪਾ ਕਰਨੀ, ਅੱਜ ਮੇਰੀ ਮੌਤ ਹੋਣੀ ਹੈ, ਤੁਸੀਂ ਵਚਨ ਕੀਤੇ ਨੇ, ਅੱਜ 7ਵਾਂ ਦਿਨ, ਅੱਜ ਮੈਂ ਮਰਨਾ ਹੈ, ਤੇ ਬਖਸ਼ਿਸ਼ ਕਰਨੀ ਕਿ ਮੈਂ ਬਹਿਸ਼ਤਾਂ ਵਿੱਚ ਜਾਣਾ ਕਰਾਂ, ਮੈਂ ਦੋਜ਼ਖਾਂ ਵਿੱਚ ਨਾ ਜਾਂ, ਮੇਰੇ ਉੱਤੇ ਇਹ ਬਖਸ਼ਿਸ਼ ਕਰਨੀ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪੁੱਛਦੇ ਨੇ, ਕਹਿਣ ਲੱਗੇ,
ਬਾਦਸ਼ਾਹ ਤੇਰੀਆਂ ਬੇਗਮਾਂ ਕਿਵੇਂ ਨੇ? ਕਹਿਣ ਲੱਗੇ ਕਿਹੜੀਆਂ ਬੇਗਮਾਂ? ਕਿਹੜੀਆਂ ਬੇਗਮਾਂ ਦੀ ਆਪ ਜੀ ਗੱਲ ਕਰਦੇ ਹੋ? ਬੇਗਮਾਂ ਤਾਂ ਮੈਨੂੰ ਪਤਾ ਨਹੀਂ। ਜਿਸ ਦਿਨ ਆਪ ਜੀ ਨੇ ਦੱਸਣਾ ਕੀਤਾ ਏ ਕਿ ਤੁਹਾਡੀ 7ਵੇਂ ਦਿਨ ਮੌਤ ਹੋਣੀ, ਉਦੋਂ ਤਾਂ ਮੈਂ ਬੇਗਮਾਂ ਵੱਲ ਬਿਲਕੁਲ ਮੈਨੂੰ ਬੇਗਮਾਂ ਯਾਦ ਨਹੀਂ ਆਈਆਂ। ਤੇ ਸਤਿਗੁਰੂ ਕਹਿਣ ਲੱਗੇ ਤੇਰੀ ਸੈਨਾ ਕਿੰਨੀ ਹੈ? ਸੈਨਾ ਕਿਵੇਂ ਹੈ? ਸਿਪਾਹੀ ਕਿਵੇਂ ਨੇ? ਤੇਰੇ ਵਜ਼ੀਰ ਅਹਿਲਕਾਰ ਕਿਵੇਂ ਨੇ? ਤੇ ਸਤਿਗੁਰੂ ਪੁੱਛਦੇ ਨੇ ਤੇ ਜਹਾਂਗੀਰ ਬਾਦਸ਼ਾਹ ਹੱਥ ਜੋੜਦਾ, ਕਹਿੰਦਾ ਬਾਦਸ਼ਾਹ ਮੈਨੂੰ ਨਹੀਂ ਪਤਾ। ਮੈਨੂੰ ਤਾਂ ਇਹ ਪਤਾ ਹੈ ਕਿ ਸਾਹਮਣੇ ਮੈਨੂੰ ਮੌਤ ਦਿਖਾਈ ਦੇ ਰਹੀ ਹੈ, ਮੈਂ ਮਰਨਾ ਹੈ। ਆਪ ਜੀ ਆਪ ਜੀ ਇਹ ਬਚਨ ਕਰਨਾ ਕਰੋ ਤਾਂ ਕਿ ਪਾਤਸ਼ਾਹ ਜੀ ਮੇਰਾ ਭਲਾ ਹੋ ਜਾਵੇ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਬਾਦਸ਼ਾਹ ਤੈਂ ਨਹੀਂ ਮਰਨਾ। ਜਦੋਂ ਹੁਣ ਇਹ ਸੁਣਿਆ ਕਿ ਤੈਂ ਨਹੀਂ ਮਰਨਾ, ਤੇਰੀ ਮੌਤ ਨਹੀਂ ਹੋਵੇਗੀ, ਪਹਿਲਾਂ ਆਇਆ ਸੀ ਇੱਕ ਰੋਗੀ ਬਣ ਕੇ, ਚਿਹਰੇ ਦਾ ਰੰਗ ਪੀਲਾ ਪਿਆ ਹੋਇਆ ਸੀ। ਜੋ ਸਤਿਗੁਰੂ ਕਹਿਣ ਲੱਗੇ ਤੇਰੀ ਮੌਤ ਨਹੀਂ ਹੋਵੇਗੀ, ਤੇ ਉਦੋਂ ਚਿਹਰੇ ਉੱਤੇ ਰੌਣਕ ਵੱਖਰੀ ਆ ਗਈ। ਕਹਿਣ ਲੱਗਿਆ ਪਾਤਸ਼ਾਹ ਤੁਸੀਂ ਮੈਨੂੰ ਇਹ ਬਚਨ ਕੀਤੇ ਸੀ ਕਿ 7ਵੇਂ ਦਿਨ ਮੈਂ ਤੇਰੀ ਮੌਤ ਹੋਣੀ, ਪਰ ਇਹ ਬਚਨ ਕਿਉਂ ਕੀਤੇ ਨੇ? ਜੇ ਨਹੀਂ ਮਾਰਨਾ ਮੈਂ ਤਾਂ ਬਚਨਾਂ 'ਤੇ ਭਰੋਸਾ ਰੱਖ ਲਿਆ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਕਿ ਬਾਦਸ਼ਾਹ ਤੈਂ ਸਵਾਲ ਕੀਤਾ ਸਾਡੇ ਨਾਲ, ਸਵਾਲ ਕੀਤਾ ਸੀ ਕਿ ਤੁਹਾਨੂੰ ਇਹ ਮੇਰੀਆਂ 4 ਬੇਗਮਾਂ ਨੇ, ਮੇਰੇ ਅੰਦਰ ਕਾਮ ਵਾਸ਼ਨਾ ਜਾਗਦੀ, ਮੈਂ ਰਹਿ ਨਹੀਂ ਸਕਦਾ, ਤੇ ਤੁਹਾਡੇ ਕੋਲ ਸੁੰਦਰ ਨੌਜਵਾਨ ਇਸਤਰੀਆਂ ਆਉਂਦੀਆਂ ਨੇ ਕਿ ਤੁਹਾਡੇ ਅੰਦਰ ਕਾਮ ਵਾਸ਼ਨਾ ਨੇ ਤੁਸੀਂ ਕਿਵੇਂ ਕੰਟਰੋਲ ਕੀਤਾ ਹੋਇਆ ਏ? ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਇਹਦਾ ਉੱਤਰ ਇਹੀ ਹੈ ਕਿ ਮੈਂ ਹਰ ਸਮੇਂ ਮੌਤ ਨੂੰ ਯਾਦ ਰੱਖਦਾ ਹਾਂ। ਅੱਜ ਨਹੀਂ ਤਾਂ ਕੱਲ੍ਹ ਇਸ ਫਾਨੀ ਸੰਸਾਰ ਨੂੰ ਛੱਡ ਕੇ ਜਾਣਾ ਹੈ। ਤੇ ਜਹਾਂਗੀਰ ਬਾਦਸ਼ਾਹ ਕਹਿਣ ਲੱਗਿਆ ਤੇ ਸਤਿਗੁਰੂ ਫਿਰ ਤੁਸੀਂ ਮੈਨੂੰ ਇਹ ਆਪਣੇ ਬਚਨਾਂ ਨਾਲ ਸਮਝਾ ਸਕਦੇ ਸੀ, ਮੈਨੂੰ ਤਾਂ ਤੁਸੀਂ ਡਰਾ ਦਿੱਤਾ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਗੁਰੂ ਨਾਨਕ ਦੇ ਘਰ ਵਿਖੇ ਪ੍ਰੈਕਟੀਕਲ ਕੀਤਾ ਜਾਂਦਾ ਹੈ। ਜੇ ਅਸੀਂ ਤੈਨੂੰ ਕਹਿੰਦੇ ਕਿ ਭਾਈ ਜੇ ਇਸ ਤਰ੍ਹਾਂ ਆਪਾਂ ਮੌਤ ਨੂੰ ਯਾਦ ਰੱਖਦੇ ਹਾਂ, ਤੇਰੀ ਤਸੱਲੀ ਨਹੀਂ ਹੋਣੀ ਸੀ। ਤੇਰੀ ਤਸੱਲੀ ਕਰਾਈ ਹੈ, ਹੁਣ ਤੈਨੂੰ ਵਿਸ਼ਵਾਸ ਬਣਿਆ ਹੈ ਕਿ ਬਾਕੀ ਜਿਹਨੂੰ ਮੌਤ ਯਾਦ ਹੈ ਫਿਰ ਉਹਨੂੰ ਵਿਸ਼ੇ ਵਿਕਾਰ ਪੋ ਨਹੀਂ ਸਕਦੇ ਹਨ। ਤੇ ਗੁਰੂ ਸਵਾਰੇ ਫਿਰ ਜਹਾਂਗੀਰ ਬਾਦਸ਼ਾਹ ਨੇ ਹੱਥ ਜੋੜੇ ਸਜਦਾ ਕੀਤਾ ਪਾਤਸ਼ਾਹ ਨੂੰ। ਸੋ ਕਹਿਣ ਦਾ ਭਾਵ ਹੈ ਇਹਨਾਂ ਉੱਤੇ ਕੰਟਰੋਲ ਕਰਨਾ ਬੜਾ ਔਖਾ ਹੈ। ਗੁਰੂ ਕਿਰਪਾ ਕਰ ਦੇਵੇ ਨਾ, ਗੁਰੂ ਦੀ ਰਹਿਮਤ ਹੋ ਜਾਵੇ, ਫਿਰ ਗੁਰੂ ਸਵਾਰੇ ਕੰਟਰੋਲ ਕੀਤਾ ਜਾ ਸਕਦਾ ਹੈ। ਤੇ ਸਤਿਗੁਰੂ ਮਹਾਰਾਜ ਜੀ ਵਚਨ ਕਰਦੇ ਹਨ, ਕਹਿੰਦੇ ਭਾਈ ਸ਼ਬਦੇ ਬੂਝੈ ਆਪ ਸਵਾਰੇ। ਜਿਹੜੇ ਸ਼ਬਦ ਨਾਲ ਜੁੜ ਜਾਂਦੇ ਨੇ, ਸ਼ਬਦ ਨਾਲ ਹੀ ਬੁੱਝ ਲੈਂਦੇ ਨੇ, ਜਿਹਨੂੰ ਗਿਆਨ ਪ੍ਰਾਪਤ ਹੁੰਦਾ ਹੈ, ਉਹ ਫਿਰ ਸ਼ਬਦ ਦਾ ਅਭਿਆਸ ਕਰਕੇ ਆਪ ਸਵਾਰੇ ਆਪਣੇ ਅੰਤःਕਰਨ ਨੂੰ ਚੰਗੀ ਤਰ੍ਹਾਂ ਉਹ ਸਵਾਰ ਲੈਂਦੇ ਹਨ। ਤੇ ਇਸ ਤਰ੍ਹਾਂ ਉਹ ਮਾਲਕ ਉਹਨਾਂ ਉੱਤੇ ਬਖਸ਼ਿਸ਼ ਕਰਦਾ ਹੈ। ਆਪੇ ਕਰੇ ਕਰਾਏ ਕਰਤਾ, ਆਪੇ ਮਨ ਵਸਾਏਂਦਾ। ਵਾਹਿਗੁਰੂ ਇੰਨੀ ਤਾਕਤ ਦਾ ਮਾਲਕ ਹੈ। ਜੋ ਕੁਝ ਸੰਸਾਰ ਵਿੱਚ ਹੋ ਰਿਹਾ, ਪਿੱਛੇ ਹੋਇਆ, ਹੁਣ ਹੋ ਰਿਹਾ, ਅੱਗੇ ਹੋਵੇਗਾ, ਇਹ ਸਭ ਕੁਝ ਆਪੇ ਕਰੇ। ਵਾਹਿਗੁਰੂ ਆਪ ਕਰਦਾ, ਕਰਾਏ ਕਰਤੇ, ਤੇ ਜੀ ਕਰਤਾ ਵਾਹਿਗੁਰੂ ਜੀਵਾਂ ਪਾਸੋਂ ਆਪ ਹੀ ਕਰਵਾ ਰਿਹਾ ਹੈ। ਜੀਵਾਂ ਦੇ ਵੱਸ ਦੀ ਗੱਲ ਨਹੀਂ ਹੈ। ਆਪੇ ਮਨ ਵਸਾਏਂਦਾ, ਆਪ ਹੀ ਜਿਨ੍ਹਾਂ ਉੱਤੇ ਬਖਸ਼ਿਸ਼ ਕਰਦਾ, ਰਹਿਮਤ ਕਰਦਾ, ਉਹ ਆ ਜਿਹੜੇ ਉਹਨੂੰ ਭਾਉਂਦੇ ਚੰਗੇ ਲੱਗਦੇ ਨੇ, ਉਹਨਾਂ ਦੇ ਅੰਤःਕਰਨ ਵਿੱਚ, ਉਹਨਾਂ ਦੇ ਮਨ ਵਿੱਚ ਪਰਮਾਤਮਾ ਵਾਹਿਗੁਰੂ ਆਪਣੇ ਨਾਮ ਨੂੰ ਵਸਾ ਦਿੰਦਾ ਹੈ। ਨਿਰਮਲ ਭਗਤ ਹੈ ਨਿਰਾਲੀ, ਮਨ ਤਨ ਧੋਵਹਿ ਸ਼ਬਦ ਵਿਚਾਰੀ। ਹੁਣ ਸਤਿਗੁਰੂ ਮਹਾਰਾਜ ਬਚਨ ਕਰਦੇ ਨੇ, ਕਹਿੰਦੇ ਭਾਈ ਅਗਲਾ ਸਵਾਲ ਸੀ ਕਿ ਜੀਵ ਨਿਰਮਲ ਕਿਵੇਂ ਹੋ ਸਕਦਾ?
ਸਤਿਗੁਰੂ ਕਹਿੰਦੇ ਭਾਈ ਜਿਹੜੇ ਪ੍ਰੇਮਾ ਭਗਤੀ ਕਰਦੇ ਨੇ ਨਾ, ਪਰਮੇਸ਼ਰ ਦੀ ਭਗਤੀ ਹੀ ਨਿਰਮਲ ਹੈ, ਜੀਵ ਦੇ ਅੰਤःਕਰਨ ਨੂੰ ਸ਼ੁੱਧ ਕਰਨ ਵਾਲੀ ਹੈ। ਇਹ ਵੱਖਰੀ ਹੈ, ਗੁਰੂ ਦੀ ਭਗਤੀ ਅਚਰਜ ਕਰਨ ਵਾਲੀ ਹੈ। ਤੇ ਇਸ ਭਗਤੀ ਦੇ ਨਾਲ ਹੁੰਦਾ ਕੀ ਹੈ? ਤੇ ਸਤਿਗੁਰੂ ਕਹਿੰਦੇ ਮਨ ਤਨ ਧੋਵੈ ਸ਼ਬਦ ਵਿਚਾਰੇ। ਕਹਿੰਦੇ ਗੁਰੂ ਦੀ ਸ਼ਰਨ ਵਿੱਚ ਆ ਕੇ ਇਹ ਸਿੱਖਿਆ ਪ੍ਰਾਪਤ ਹੁੰਦੀ ਹੈ। ਗੁਰੂ ਕਹਿੰਦਾ ਸਿੱਖਾ ਸ਼ਬਦ ਦਾ ਅਭਿਆਸ ਕਰ, ਸ਼ਬਦ ਨਾਲ ਜੁੜ। ਜਦੋਂ ਜਿਉਂ-ਜਿਉਂ ਸਿੱਖ ਫਿਰ ਸ਼ਬਦ ਨਾਲ ਜੁੜਦਾ ਤੇ ਉਹਦਾ ਮਨ ਤੇ ਤਨ ਗੁਰ ਸ਼ਬਦ ਰਾਹੀਂ ਧੋਤਾ ਜਾਂਦਾ, ਬਿਲਕੁਲ ਸ਼ੁੱਧ ਹੋ ਜਾਂਦਾ ਹੈ। ਜਿਹੜੇ ਸ਼ਬਦ ਦੀ ਵਿਚਾਰ ਕਰਦੇ ਨੇ ਨਾ, ਉਹ ਆਪਣੇ ਮਨ ਨੂੰ ਵੀ ਧੋ ਲੈਂਦੇ ਨੇ, ਤਨ ਨੂੰ ਵੀ ਧੋ ਲੈਂਦੇ ਹਨ। ਅੱਠੇ ਪੈਰ ਗੁਰੂ ਸਵਾਰਿਓ ਉਹ ਸ਼ਬਦ ਦੀ ਵਿੱਚ। ਹੁਣ ਤਨ ਮਨ ਤਾਂ ਧੋਤਾ ਜਾਂਦਾ ਸ਼ਬਦ ਰਾਹੀਂ, ਹੁਣ ਤਨ ਕਿਵੇਂ ਧੋਤਾ ਜਾਂਦਾ ਹੈ? ਸਵਾਲ ਹੈ ਨਾ, ਕਿ ਮਨ ਧੋ ਲਿਆ, ਗੁਰ ਸ਼ਬਦ ਨਾਲ ਜੁੜੇ, ਸ਼ਬਦ ਦੀ ਵਿਚਾਰ ਹਿਰਦੇ ਅੰਦਰ ਵਸ ਗਈ, ਅਸੀਂ ਮਨ ਧੋ ਲਿਆ ਆਪਣਾ। ਪਰ ਤਨ ਧੋਣਾ, ਤਨ ਤਾਂ ਹੁਣ ਪਾਣੀ ਨਾਲ ਜਲ ਨਾਲ ਧੋਤਾ ਜਾਵੇਗਾ ਨਾ। ਜਿੰਨਾ ਸਮਾਂ ਬੈਠ ਕੇ ਆਪਾਂ ਸ਼ਬਦ ਦਾ ਅਭਿਆਸ ਕਰਨਾ, ਜਿੰਨਾ ਸਮਾਂ ਆਪਾਂ ਇਸ ਸਰੀਰ ਰਾਹੀਂ ਟਹਿਲ ਸੇਵਾ ਕਰਨੀ, ਸੰਗਤ ਵਿੱਚ ਬੈਠਣਾ, ਤੇ ਗੁਰੂ ਸਰੇ ਇਹ ਫਿਰ ਸਾਡਾ ਤਨ ਵੀ ਧੋਤਾ ਜਾ ਰਿਹਾ ਹੈ, ਸਾਡਾ ਸਰੀਰ ਸਫਲਾ ਹੋ ਰਿਹਾ, ਸੰਸਾਰ ਵਿੱਚ ਆਇਆ ਸਫਲਾ ਹੋ ਰਿਹਾ ਹੈ। ਸ਼ਬਦ ਦੀ ਚੋਟ ਰਾਹੀਂ ਮਨ ਧੋਤਾ ਜਾ ਰਿਹਾ। ਤੇ ਜਦੋਂ ਸੰਗਤ ਵਿੱਚ ਆ ਕੇ ਬੈਠਣਾ, ਲਾਹੇ ਪ੍ਰਾਪਤ ਕਰਨੇ, ਤੇ ਉਹਦੇ ਨਾਲ ਹੀ ਸਾਡਾ ਤਨ ਦਾ ਇਸ਼ਨਾਨ ਵੀ ਨਾਮ ਜਲ ਵਿੱਚ ਹੋ ਰਿਹਾ ਹੈ। ਇਸ ਤਰ੍ਹਾਂ ਸਤਿਗੁਰੂ ਸ਼ਬਦ ਦੀ ਵਿਚਾਰ ਜਿਹੜੀ ਕਰਨੀ ਹੈ, ਇਹਦੇ ਤਨ ਵੀ ਮਨ ਵੀ ਧੋਤਾ ਜਾਂਦਾ ਹੈ, ਨਿਰਮਲ ਹੋ ਜਾਂਦਾ ਹੈ। ਅਨ ਦਿਨ ਸਦਾ ਰਹਿ ਰੰਗ ਰਾਤਾ, ਕਰ ਕਿਰਪਾ ਭਗਤ ਕਰਾਏਂਦਾ। ਹੁਣ ਜਿਹੜੇ ਸ਼ਬਦ ਨਾਲ ਜੁੜਦੇ ਨੇ ਨਾ, ਤੇ ਗੁਰੂ ਸਾਹਿਬਾਨ ਜੀ ਬਚਨ ਕਰਦੇ, ਫਿਰ ਅੰਦਿਨ ਦਿਨ ਰਾਤ ਸਦੀ ਵੀ ਕਾਲ ਲਈ, ਪਰ ਪਰਮੇਸ਼ਰ ਦੇ ਨਾਮ ਰੰਗ ਵਿੱਚ ਉਹ ਰਾਤਾ ਤਦਾ ਕਰਹਿੰਦਾ ਹੈ ਜੀ। ਤੇ ਉਹਨਾਂ ਉੱਤੇ ਹੀ ਮਾਲਕ ਆਪਣੀ ਕਿਰਪਾ ਕਰਦਾ, ਰਹਿਮਤ ਕਰਦਾ, ਆਪਣੀ ਭਗਤੀ ਉਹਨਾਂ ਪਾਸੋਂ ਵਾਹਿਗੁਰੂ ਆਪ ਕਰਾਉਂਦਾ ਹੈ। ਜੀਵ ਦੇ ਵੱਸ ਦੀ ਗੱਲ ਨਹੀਂ ਹੈ। ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ, ਪਰਮਾਤਮਾ ਦੀ ਕਿਰਪਾ ਦੇ ਰਾਹੀਂ ਹੀ ਪਰਮੇਸ਼ਰ ਦੀ ਭਜਨ ਬੰਦਗੀ ਹੋ ਸਕਦੀ ਹੈ। ਸਤਿਗੁਰੂ ਮਹਾਰਾਜ ਦੇ ਆਪਾਂ ਬਚਨ ਪੜ੍ਹਦੇ ਹਾਂ ਤੇ ਪਾਤਸ਼ਾਹ ਫਰਮਾਨ ਕਰਦੇ ਹਨ, ਪ੍ਰਭ ਕੀਜੈ ਕਿਰਪਾ ਨਿਧਾਨ, ਹਮ ਹਰ ਗੁਣ ਗਾਵਹਿਗੇ, ਹੋ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹੇ ਕਬ ਗੱਲ ਲਾਵਹਿਗੇ। ਭਾਵ ਜਦੋਂ ਉਹ ਵਾਹਿਗੁਰੂ ਕਿਰਪਾ ਕਰਦਾ ਨਾ, ਫਿਰ ਹੀ ਹਰੀ ਦੇ ਗੁਣ ਗਾਇਨ ਕੀਤੇ ਜਾ ਸਕਦੇ ਹਨ। ਜਦੋਂ ਉਸ ਮਾਲਕ ਦੀ ਬਖਸ਼ਿਸ਼ ਹੁੰਦੀ ਹੈ, ਤੇ ਮਾਲਕ ਫਿਰ ਆਪਣੇ ਗਲ ਵਕੜੀ ਵਿੱਚ ਵੀ ਆਪ ਹੀ ਰਹਿੰਦਾ ਹੈ। ਜਦੋਂ ਉਸ ਮਾਲਕ ਦਾ ਨਾਮ ਜਪ, ਉਹ ਵਾਹਿਗੁਰੂ ਹੀ ਕਿਰਪਾ ਦੇ ਨਾਲ ਹੀ ਉਸ ਮਾਲਕ ਦਾ ਜਸ ਹੋ ਸਕਦਾ ਹੈ। ਜੀਵ ਦੇ ਵੱਸ ਦੀ ਗੱਲ ਨਹੀਂ ਹੈ। ਜੇਕਰ ਇਸ ਤਰ੍ਹਾਂ ਹੋਵੇ ਤੇ ਸਾਰੇ ਸੰਸਾਰ ਦੇ ਜੀਵ ਹੀ ਫਿਰ ਰੱਬ ਨੂੰ ਪ੍ਰਾਪਤ ਕਰ ਲੈਣ। ਬੰਦਗੀ ਕਰਨ ਵਾਲੇ ਬਹੁਤੇ ਨੇ, ਇਹ ਨਹੀਂ ਕਿ ਰੱਬ ਦਾ ਨਾਮ ਨਹੀਂ ਲਿਆ ਜਾ ਸੰਸਾਰ ਵਿੱਚ। ਧਰਤੀ ਤਾਈਓਂ ਖਲੋਤੀ ਹੈ ਜੇ ਰੱਬ ਦਾ ਨਾਮ ਜਪਣ ਵਾਲੇ ਸੰਸਾਰ ਦੇ ਵਿੱਚ ਲੋਕ ਹਨ। ਤੇ ਜਿਵੇਂ ਧਰਤੀ ਉੱਤੇ ਪਾਪਾਂ ਦਾ ਭਾਰ ਵਧਿਆ ਹੋਇਆ ਹੈ, ਇਹ ਧਰਤੀ ਖਲੋ ਨਹੀਂ ਸਕਦੀ ਹੈ। ਇਹ ਗੁਰੂ ਦੀ ਬਖਸ਼ਿਸ਼ ਹੈ, ਰਹਿਮਤ ਹੈ। ਪਰ ਗੁਰੂ ਸਰ ਮੰਜ਼ਿਲ ਤੱਕ ਸਾਰੇ ਨਹੀਂ ਪਹੁੰਚ ਸਕਦੇ। ਬੰਦਗੀ ਸਾਰੇ ਕਰਦੇ ਨੇ ਤੇ ਮੰਜ਼ਿਲ ਤੱਕ ਕੋਈ ਬਿਰਲਾ ਹੀ ਪਹੁੰਚਦਾ ਹੈ। ਜਿਹੜੇ ਪਹੁੰਚੇ ਨੇ ਉਹਨਾਂ ਨੂੰ ਫਿਰ ਮਾਣ ਸਨਮਾਨ ਮਿਲਿਆ। ਸਤਿਗੁਰੂ ਕਹਿੰਦੇ ਜੁਗਤੀ ਦੱਸਦੇ ਆ, ਸਿੱਖਾਂ ਤੈਨੂੰ ਜੁਗਤੀ ਦੱਸਦੇ, ਕਿਹੜੀ ਜੁਗਤੀ ਆ ਉਸ ਮਾਲਕ ਨੂੰ ਮਿਲਣ ਦੀ, ਤੂੰ ਕਿਵੇਂ ਉਹ ਪਦਵੀ ਪ੍ਰਾਪਤ ਕਰ ਸਕ, ਕਿਹੜਾ ਤਰੀਕੇ ਨਾਲ ਤਾਂ ਨਾਮ ਜਪਣਾ ਹੈ। ਕਹਿੰਦੇ ਦੇਖੋ, ਹਿੰਦੁਸਤਾਨ ਦੀ ਧਰਤੀ ਉੱਤੇ ਦੋ ਐਸੇ ਭਗਤ ਹੋਏ ਨੇ ਜਿਨ੍ਹਾਂ ਦਾ ਨਾਮ ਗੁਰਬਾਣੀ ਵਿੱਚ ਵਾਰ-ਵਾਰ ਆਇਆ ਹੈ। ਬਾਣੀ ਨਹੀਂ ਉਹਨਾਂ ਦੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੱਥੇ 15 ਭਗਤਾਂ ਦੀ ਬਾਣੀ ਹੈ,
ਉੱਥੇ ਬਹੁਤ ਸਾਰੇ ਭਗਤ ਸਾਹਿਬਾਨ ਐਸੇ ਨੇ ਜਿਨ੍ਹਾਂ ਦੀ ਬਾਣੀ ਦਰਜ ਨਹੀਂ ਹੈ ਪਰ ਨਾਮ ਵਾਰ-ਵਾਰ ਆਏ ਨੇ। ਵਾਲਮੀਕ ਬਟਵਾਰਾ ਆ ਗਏ ਆ, ਫਿਰ ਗੁਰੂ ਦੇ ਧਰੂ ਤੇ ਪ੍ਰਹਿਲਾਦ ਦੀ ਗੱਲ ਕਰ ਦਿੱਤੀ, ਸੁਖਦੇਵ ਮੁਨੀ ਦੀ ਗੱਲ ਕੀਤੀ ਗਈ ਹੈ। ਕਿੱਥੋਂ ਤਾਂ ਕਹਿਣ ਦਾ ਅਨੇਕਾਂ ਜਿਹੜੇ ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ ਉਹਨਾਂ ਦੇ ਨਾਮਾਂ ਦੀ ਉਦਾਹਰਨਾਂ ਦੇ ਕੇ ਪਾਤਸ਼ਾਹ ਨੇ ਸਮਝਾਉਣਾ ਕੀਤਾ ਹੈ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜੇ ਮੰਜ਼ਿਲ ਤੱਕ ਪਹੁੰਚਣਾ ਨਾ, ਮੰਜ਼ਿਲ ਤੱਕ ਪਹੁੰਚਣ ਦੇ ਲਈ ਤੁਹਾਨੂੰ ਨਾਮ ਬਾਣੀ ਦਾ ਅਭਿਆਸ ਕਰਨਾ ਪਵੇਗਾ, ਪਰਮਾਤਮਾ ਦਾ ਨਾਮ ਜਪਣਾ ਪਵੇਗਾ। ਕਹਿੰਦੇ ਕਿਵੇਂ ਜਪਣਾ ਹੈ? ਕਹਿੰਦੇ ਜਿਹੜੇ 5 ਤੇ 7 ਸਾਲ ਦੀ ਉਮਰ ਦੇ ਸਨ ਪ੍ਰਹਿਲਾਦ ਜੀ ਅਤੇ ਧਰੂ ਜੀ, ਉਹਨਾਂ ਨੇ ਨਾਮ ਜਪਿਆ ਅਤੇ ਉੱਚ ਪਦਵੀ ਪ੍ਰਾਪਤ ਕਰ ਲਈ। ਸਤਿਗੁਰੂ ਕਹਿੰਦੇ ਇਸ ਤਰੀਕੇ ਨਾਲ ਭਾਈ ਨਾਮ ਜਪੋ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਅਤੇ ਜਿਵੇਂ ਧਰੂ ਅਤੇ ਪ੍ਰਹਿਲਾਦ ਨੇ ਨਾਮ ਜਪਿਆ, ਕਹਿੰਦੇ ਨੇ ਇਸੇ ਤਰ੍ਹਾਂ ਹੀ ਭਾਈ ਤੁਸੀਂ ਵੀ ਨਾਮ ਜਪਣਾ ਕਰੋ, ਨਾਮ ਜਪ ਕੇ ਤੁਹਾਡਾ ਪਾਰ ਉਤਾਰਾ ਹੋਵੇਗਾ। ਹੁਣ ਗੁਰੂ ਸਵਾਰਿਓ, ਜੇ ਗੁਰੂ ਸਾਹਿਬਾਨ ਜੀ ਨੇ ਸਾਨੂੰ ਹੁਕਮ ਕੀਤਾ ਹੈ, ਨਾਮ ਜਪਣ ਲਈ ਸਾਨੂੰ ਬਚਨ ਕੀਤੇ ਨੇ, ਅਤੇ ਸਤਿਗੁਰੂ ਨੇ ਆਪ ਵੀ ਨਾਮ ਜਪਿਆ ਹੈ, ਆਪ ਵੀ ਪਾਤਸ਼ਾਹ ਨਾਲ ਅਭਿਆਸ ਕੀਤਾ ਹੈ। ਦੇਖੋ ਜੋ ਆਪਾਂ ਇਤਿਹਾਸਕ ਪੰਨਿਆਂ ਨੂੰ ਪੜ੍ਹੀਏ ਜਾਂ ਆਪਾਂ ਗੁਰਬਾਣੀ ਦੇ ਵਿੱਚੋਂ ਸਤਿਗੁਰੂ ਦੇ ਸ਼ਬਦ ਪੜ੍ਹੀਏ ਅਤੇ ਬਾਰ-ਬਾਰ ਇਹ ਜ਼ਿਕਰ ਆਉਂਦਾ, ਅਤੇ ਸਤਿਗੁਰੂ ਮਹਾਰਾਜ ਖੁਦ ਗੁਰੂ ਸਵਾਰੇ ਨਾਮ ਜਪਦੇ ਰਹੇ। ਭੱਟ ਸਾਹਿਬਾਨ ਜੀ ਨੂੰ ਪੁੱਛੋ, ਭੱਟ ਜੀ ਕਹਿੰਦੇ ਨੇ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਰਹੇ ਨਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਰਮੇਸ਼ਰ ਦੀ ਭਗਤੀ ਕੀਤੀ, ਕਿਵੇਂ ਕੀਤੀ? ਇੱਕ ਮਨ। ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦੀਓ। ਆਪਣਾ ਤਨ ਵੀ, ਮਨ ਵੀ, ਧਨ ਵੀ ਗੋਬਿੰਦ ਪਰਮੇਸ਼ਰ ਨੂੰ ਦੇ ਦਿੱਤਾ। ਫਿਰ ਸਤਿਗੁਰੂ ਕਹਿੰਦੇ ਗੁਰੂ ਅੰਗਦ ਦੇਵ ਮਹਾਰਾਜ ਨੇ ਵੀ ਕਹਿੰਦੇ ਉਸ ਮਾਲਕ ਦੀ ਇਬਾਦਤ ਕੀਤੀ। ਇਹ ਨਹੀਂ ਕਿ ਗੁਰੂ ਨਾਨਕ ਨੇ ਬੰਦਗੀ ਕੀਤੀ, ਗੁਰੂ ਨਾਨਕ ਫਿਰ ਆਪਣੇ ਸੇਵਕ ਉੱਤੇ ਬਖਸ਼ਿਸ਼ ਕਰ ਗਏ, ਅੱਗੇ ਸੇਵਕਾਂ ਨੇ ਨਾਮ ਨੂੰ ਜਪਣਾ ਕੀਤਾ। ਕਹਿੰਦੇ ਨਹੀਂ, ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦੀਓ। ਅੰਗਦ ਅਨੰਤ ਮੂਰਤ ਨਿਜ ਧਾਰੀ, ਅਗਮ ਗਿਆਨ ਰਸ ਰਸੇ ਉਹੀਓ। ਗੁਰੂ ਅੰਗਦ ਦੇ ਮਹਾਰਾਜ ਅਨੰਤ ਪਰਮੇਸ਼ਰ ਜਿਹੜਾ ਵਾਹਿਗੁਰੂ ਹੈ, ਉਸ ਮੂਰਤ ਦਾ ਧਿਆਨ ਧਾਰਨ ਕੀਤਾ, ਜਿਹੜਾ ਆਗਮ ਮਨ ਦੀ ਗਮਤਾ ਤੋਂ ਪਰੇ ਪਹੁੰਚ ਹੈ। ਉਸ ਮਾਲਕ ਦੇ ਨਾਮ ਰੰਗ ਵਿੱਚ ਰਸਿਓ ਹੀਓ। ਕਹਿੰਦੇ ਹਿਰਦਾ ਉਹਨਾਂ ਦਾ ਕਹਿੰਦੇ ਉਸ ਮਾਲਕ ਦੀ ਯਾਦ ਵਿੱਚ ਹੀ ਸਾਰਾ ਭਿੱਜ ਗਿਆ। ਇਸੇ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਫਿਰ ਬਚਨ ਕਰਦੇ ਹਨ, ਕਹਿੰਦੇ ਗੁਰ ਅਮਰਦਾਸ ਕਰਤਾਰ ਕੀਓ ਬਸ। ਗੁਰੂ ਨਾਨਕ ਨੇ ਆਰਾਧਿਆ, ਗੁਰੂ ਅੰਗਦ ਦੇਵ ਮਹਾਰਾਜ ਨੇ ਆਰਾਧਨਾ ਕੀਤਾ। ਫਿਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀ ਵਾਰੀ ਆਈ। ਕਹਿੰਦੇ ਗੁਰੂ ਅਮਰਦਾਸ ਪਾਤਸ਼ਾਹ ਨੇ ਕਰਤਾਰ ਨੂੰ ਆਪਣੇ ਵੱਸ ਵਿੱਚ ਕਰ ਲਿਆ। ਕਿਵੇਂ ਕੀਤਾ? ਗੁਰ ਅਮਰਦਾਸ ਕਰਤਾਰ ਕੀਓ ਵਸ, ਵਾਹੋ ਵਾਹੋ ਕਰ ਧਿਆਇਓ। ਸ਼੍ਰੀ ਗੁਰੂ ਰਾਮਦਾਸ ਜਿਉ ਜੈ ਜਗ ਮੈਂ, ਤੈ ਹਰ ਪਰਮ ਪਦ ਪਾਏ। ਕਹਿਣ ਦਾ ਭਾਵ ਹੈ ਕਿ ਜਿੰਨੇ ਵੀ ਗੁਰੂ ਸਾਹਿਬਾਨ, ਜੇ ਸਤਿਗੁਰੂ ਨੇ ਸਾਨੂੰ ਹੁਕਮ ਕੀਤਾ ਹੈ ਭਾਈ ਨਾਮ ਜਪੋ, ਬੰਦਗੀ ਕਰੋ, ਅਤੇ ਸਤਿਗੁਰੂ ਮਹਾਰਾਜ ਖੁਦ ਆਪ ਕਰਦੇ ਰਹੇ। ਆਪ ਸਤਿਗੁਰੂ ਕਮਾਈ ਕਰਦੇ ਸਨ, ਫਿਰ ਦੂਜਿਆਂ ਨੂੰ ਕਹਿੰਦੇ ਸੀ ਭਾਈ ਕਮਾਈ ਕਰੋ। ਹੁਣ ਅਜੋਕਾ ਸਮਾਂ ਕਿਹੋ ਜਿਹਾ ਹੋ ਗਿਆ ਹੈ? ਗੁਰੂ ਸਾਹਿਬਾਨ ਜੀ ਕਮਾਈ ਕਰਕੇ ਫਿਰ ਪ੍ਰਚਾਰ ਕਰਦੇ ਹੁੰਦੇ ਸੀ। ਪ੍ਰਚਾਰ ਕਰਨਾ ਦੇ ਗੁਰੂ ਦੇ ਬਚਨ ਨੂੰ ਸੁਣਦਿਆਂ ਸਾਰ ਹੀ ਸੰਗਤਾਂ ਨਾਮ ਜਪਣ ਲੱਗ ਪੈਂਦੀਆਂ ਸਨ। ਅਜੋਕਾ ਸਮਾਂ ਕੈਸਾ ਹੋ ਗਿਆ, ਜਿਹੜੇ ਪ੍ਰਚਾਰਕ ਸੀ ਪੁਰਾਤਨ ਭਾਈ ਗੁਰਦਾਸ ਜੈਸੇ, ਬਾਬਾ ਬੁੱਢਾ ਸਾਹਿਬ ਜੈਸੇ, ਹੋਰ ਅਨੇਕਾਂ ਗੁਰੂ ਘਰ ਦੇ ਪ੍ਰਚਾਰਕ ਸੀ, ਉਹ ਵੀ ਨਾਮ ਬਾਣੀ ਦੇ ਅਭਿਆਸੀ ਸਨ। ਅਜੋਕੇ ਸਾਡੀ ਹਾਲਤ ਇਹੋ ਜਿਹੀ ਹੋ ਗਈ ਹੈ ਕਿ ਸਾਡੇ ਜੈਸੇ ਸਟੇਜਾਂ ਉੱਤੇ ਬੋਲ ਦਿੰਦੇ ਨੇ ਕਿ ਭਾਈ ਅੰਮ੍ਰਿਤ ਵੇਲੇ ਉੱਠੋ, ਨਾਮ ਜਪੋ, ਬਾਣੀ ਪੜ੍ਹੋ, ਅਤੇ ਆਪ ਭਾਵੇਂ ਜਪਜੀ ਸਾਹਿਬ ਦਾ ਪਾਠ ਨਾ ਕਰਦੇ ਹੋਣ। ਇਹੋ ਜਿਹੇ ਹਾਲਾਤ ਹੋ ਗਏ ਨੇ।
ਦੂਜੇ ਨੂੰ ਉਪਦੇਸ਼ ਦੇਣਾ ਤੇ ਆਪ ਉਪਦੇਸ਼ ਦੇ ਧਾਰਨੀ ਨਹੀਂ ਬਣਨਾ, ਫਿਰ ਅਸਰ ਨਹੀਂ ਹੁੰਦਾ। ਜਦੋਂ ਆਪਾਂ ਆਪ ਕਮਾਈ ਕਰਾਂਗੇ, ਪਹਿਲਾਂ ਆਪ ਪ੍ਰੈਕਟੀਕਲ ਕਰ ਲਵਾਂਗੇ, ਫਿਰ ਦੂਜੇ ਨੂੰ ਆਖਾਂਗੇ ਤੇ ਉਹਦਾ ਅਸਰ ਗੁਰੂ ਘਰ ਜ਼ਰੂਰ ਹੁੰਦਾ ਹੈ। ਇਸ ਕਰਕੇ ਗੁਰੂ ਸਾਹਿਬਾਨ ਜੀ ਇੱਥੇ ਬਚਨ ਕਰਦੇ ਹਨ, ਕਹਿੰਦੇ ਉਹ ਵਾਹਿਗੁਰੂ ਕਰ ਕਿਰਪਾ ਭਗਤ ਕਰਾਏਂਦਾ। ਆਪ ਹੀ ਬਖਸ਼ਿਸ਼ ਕਰਕੇ ਆਪਣੀ ਭਗਤੀ ਉਹ ਆਪ ਹੀ ਕਰਾਉਂਦਾ ਹੈ। ਇਸ ਮਨ ਮੰਦਰ ਮਹਿ ਮਨੁਆ ਧਾਵੈ, ਸੁਖ ਪੱਲਰ ਤਿਆਗ ਮਹਾ ਦੁਖ ਪਾਵੈ। ਸਤਿਗੁਰੂ ਮਹਾਰਾਜ ਇਸ ਮਨ ਨੂੰ ਮੰਦਰ ਦੱਸਦੇ ਨੇ। ਇਸ ਮਨ ਮੰਦਰ ਮੈਂ, ਮਨ ਮੰਦਰ ਤਨ ਬੇਸ ਕਲੰਦਰ ਧਤ ਘਟ ਹੀ ਤੀਰਥ ਨਹਾਵਾ। ਸਤਿਗੁਰੂ ਕਹਿੰਦੇ ਨੇ ਇਸ ਮਨ ਮੰਦਰ ਵਿੱਚ, ਕਹਿੰਦੇ ਮਨੁਆ ਧਾਵ ਹੈ। ਮਨੁਆ ਜਿਹੜਾ ਧਾਵ ਹੈ, ਦੌੜ ਰਿਹਾ, ਭੱਜ ਰਿਹਾ ਦਸਾਂ ਦਿਸ਼ਾਂ ਵੱਲ, ਟਿਕਾ ਦੇ ਵਿੱਚ ਨਹੀਂ ਹੈ ਮਨ। ਬਾਣੀ ਪੜ੍ਹਦੇ ਆ, ਸਿਮਰਨ ਕਰਦੇ ਆ ਸਮੇਂ ਮਨ ਜਿਹੜਾ ਦਸਾਂ ਦਿਸ਼ਾਂ ਦੌੜਿਆ ਭੱਜਿਆ ਫਿਰਦਾ, ਟਿਕਾ ਵਿੱਚ ਨਹੀਂ ਹੈ। ਹਾਲਤ ਕੈਸੀ ਹੋ ਗਈ, ਕਿਉਂ ਮਨ ਦੌੜਿਆ ਭੱਜਿਆ ਫਿਰਦਾ ਹੈ? ਕਹਿੰਦੇ ਸੁਖ ਪੱਲਰ ਤਿਆਗ ਮਹਾ ਦੁਖ ਪਾਵੈ। ਜਿਹਨੂੰ ਜਿਹਦਾ ਨਾਮ ਜਪ ਕੇ ਸਾਨੂੰ ਸੁੱਖ ਪ੍ਰਾਪਤ ਹੋਣਾ ਸੀ, ਸਾਡੇ ਦੁੱਖ ਦੂਰ ਹੋਣੇ ਸੀ, ਉਹ ਪਰਮੇਸ਼ਰ ਦਾ ਨਾਮ, ਵਾਹਿਗੁਰੂ ਦੀ ਇਬਾਦਤ, ਕਹਿੰਦੇ ਉਸ ਰੱਬ ਨੂੰ ਤਾਂ ਵਿਸਾਰਤਾ। ਤੇ ਪੱਲਰ ਹੈ ਮਾਇਆ। ਮਾਇਆ ਦੇ ਵਿੱਚ ਐਸਾ ਗਲਤਾਨ ਹੋ ਗਿਆ, ਐਸਾ ਗਰਕ ਗਿਆ ਕਿ ਜਿਸ ਕਰਕੇ ਪਰਮਾਤਮਾ ਦਾ ਨਾਮ ਜਪ ਕੇ ਸੁੱਖ ਨਸੀਬ ਹੋਣਾ ਸੀ, ਵਾਹਿਗੁਰੂ ਦੇ ਨਾਮ ਨੂੰ ਵਿਸਾਰ ਦਿੱਤਾ, ਜਿਸ ਕਰਕੇ ਜੀਵ ਨੂੰ ਬਾਹਰ ਬਹੁਤ ਵੱਡਾ ਮਹਾ ਦੁੱਖ ਪਾਵੈ। ਇਹ ਬਹੁਤ ਵੱਡਾ ਦੁੱਖ ਕਹਿੰਦੇ ਪ੍ਰਾਪਤ ਕਰ ਰਿਹਾ ਹੈ। ਬਿਨ ਸਤਿਗੁਰ ਭੇਟੇ ਠੌਰ ਨਾ ਪਾਵੈ, ਆਪੇ ਖੇਲ ਕਰਾਏਂਦਾ। ਤੇ ਨਾਲ ਹੀ ਪਾਤਸ਼ਾਹ ਜੀ ਅਗਲੀ ਪੰਕਤੀ 'ਚ ਬਖਸ਼ਿਸ਼ ਕਰਦੇ ਨੇ, ਬਿਨ ਸਤਿਗੁਰ ਭੇਟੇ, ਭੇਟੇ ਮਿਲਿਆ, ਬਿਨਾਂ ਸਤਿਗੁਰ ਨਾਲ ਮਿਲਾਪ ਕੀਤਿਆਂ, ਭਾਵ ਗੁਰੂ ਵਾਲੇ ਬਣੇ ਤੋਂ ਬਿਨਾਂ ਜੀਵ ਤੈਨੂੰ ਠੌਰ ਨਾ ਪਾਵੈ, ਤੈਨੂੰ ਥਾਂ ਨਹੀਂ ਨਸੀਬ ਹੋਣੀ ਹੈ। ਤੂੰ ਭਟਕਣਾ ਵਿੱਚ ਹੀ ਲੱਗਿਆ ਰਹੇਗਾ, ਬਾਰ-ਬਾਰ ਜੰਮੇਗਾ, ਬਾਰ-ਬਾਰ ਮਰੇਗਾ, ਟੇਢੀਆਂ ਮੇਢੀਆਂ ਜੂਨਾਂ 'ਚ ਭਟਕਦਾ ਰਹੇਗਾ। ਕਹਿੰਦੇ ਜਦੋਂ ਤੱਕ ਗੁਰੂ ਨਹੀਂ ਮਿਲਦਾ ਉਦੋਂ ਤੱਕ ਜੀਵ ਦੀ ਗਤ ਨਹੀਂ ਹੋ ਸਕਦੀ ਹੈ, ਮੁਕਤ ਨਹੀਂ ਹੋ ਸਕਦਾ ਹੈ। ਤੇ ਪਰ ਕਹਿੰਦੇ ਜੀਵ ਦੇ ਪਰਮਾਤਮਾ ਦੀ ਖੇਡ ਹੈ ਸਾਰੀ, ਆਪੇ ਖੇਲ ਕਰਾਏਂਦਾ। ਆਪ ਹੀ ਵਾਹਿਗੁਰੂ ਇਹ ਖੇਡਾਂ ਕਰਵਾ ਰਿਹਾ ਹੈ। ਆਪ ਅਪਰੰਪਰ ਆਪ ਵਿਚਾਰੀ, ਆਪੇ ਮੇਲੇ ਕਰਨੀ ਸਾਰੀ। ਅਪਰੰਪਰ ਜਿਹੜਾ ਪਰੇ ਤੋਂ ਪਰੇ, ਜਿਹਨੂੰ ਆਪਾਂ ਕਹਿੰਦੇ ਬੇਅੰਤ। ਗੁਰਬਾਣੀ ਦੇ ਵਿੱਚ ਜਦੋਂ ਪਰਮੇਸ਼ਰ ਦੇ ਨਾਮਾਂ ਦੀ ਗਿਣਤੀ ਕੀਤੀ ਗਈ ਤੇ ਪਰਮੇਸ਼ਰ ਦੇ ਬਾਅਦ ਸ਼ਬਦ ਵਰਤੇ ਗਏ ਅੰਤ, ਬੇਅੰਤ, ਅਸੰਖ। ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਜਪਜੀ ਸਾਹਿਬ 'ਚ ਪਾਤਸ਼ਾਹ ਬਚਨ ਕਰਦੇ ਨੇ, 3 ਪੌੜੀਆਂ ਪਾਤਸ਼ਾਹ ਨੇ ਸੰਖ ਦੀਆਂ ਉਚਾਰਨ ਕਰ। ਸੰਖ ਦਾ ਭਾਵ ਹੈ ਜਿਹਦੀ ਗਿਣਤੀ ਨਾ ਹੋ ਸਕੇ। ਤੇ ਪਰਮਾਤਮਾ ਦੇ ਨਾਮ ਇੰਨੇ ਨੇ ਕਿ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਹੈ। ਪਰਮਾਤਮਾ ਇੱਕ ਹੈ, ਵਾਹਿਗੁਰੂ ਇੱਕ ਹੈ, ਪਰ ਉਹਦੇ ਪਿਆਰੇ ਭਗਤਾਂ ਨੇ, ਗੁਰਮੁਖਾਂ ਨੇ ਉਹਦੇ ਵੱਖਰੇ ਵੱਖਰੇ ਨਾਮ ਰੱਖ ਦਿੱਤੇ। ਜਿਹੜਾ ਕੌਤਕ ਦੇਖੇ ਆ, ਜਿਹੋ ਜਿਹਾ ਕੌਤਕ ਦੇਖੇ ਆ, ਤੇ ਉਹਦੇ ਮੁਤਾਬਕ ਗੁਰੂ ਸਾਹਿਬ ਪਰਮੇਸ਼ਰ ਦਾ ਨਾਮ ਰੱਖਿਆ ਗਿਆ। ਤੇ ਉਸ ਮਾਲਕ ਦਾ ਨਾਮ ਜਪਣ ਵਾਲੇ, ਬੰਦਗੀ ਕਰਨ ਵਾਲੇ, ਜਪ ਤਪ ਸਾਧਨਾ ਕਰਨ ਵਾਲੇ, ਉਹ ਵੀ ਅਸੰਖ ਨੇ, ਉਹਨਾਂ ਦੀ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ ਹੈ। ਤੇ ਜੇ ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ ਦੀ ਗਿਣਤੀ ਨਹੀਂ ਤੇ ਰੱਬ ਪਰਮਾਤਮਾ ਕਿੱਡਾ ਵੱਡਾ ਹੋਵੇਗਾ। ਆਨੰਦ ਸਾਹਿਬ ਦੀ, ਵਾਹਿਗੁਰੂ ਜਪਜੀ ਸਾਹਿਬ ਦੀ ਪਾਵਨ ਬਾਣੀ ਪੜ੍ਹਦੇ ਹਾਂ, ਤੇ ਜਪਜੀ ਸਾਹਿਬ ਦੀ ਪਾਵਨ ਬਾਣੀ ਸਤਿਗੁਰ ਨੇ ਪਰਮੇਸ਼ਰ ਨੂੰ ਅੰਤ ਦੱਸਣਾ ਕਿ ਬੇਅੰਤ, ਪਰਮੇਸ਼ਰ ਬੇਅੰਤ ਹੈ। ਤੇ ਇੱਕ ਪਾਤਸ਼ਾਹ ਕਹਿੰਦੇ ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਏ।
ਤੇ ਪਹਿਲਾਂ ਆਰੰਭਤਾ 'ਚ ਬਚਨ ਕੀਤੇ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ। ਇਸ ਤਰ੍ਹਾਂ ਪਾਤਸ਼ਾਹ ਜੀ ਬਚਨ ਕਰਦੇ ਨੇ। ਫਿਰ ਕਹਿੰਦੇ ਅੰਤ ਕਰਨ ਕੀਤੇ ਬਿਲਾਹੇ। ਜਿਹੜੇ ਸੋਚਦੇ ਨੇ ਕਿ ਪ੍ਰਮਾਤਮਾ ਦੇ ਗੁਣਾਂ ਦਾ ਗਿਆਨ ਕਰਕੇ ਅਸੀਂ ਅੰਤ ਪ੍ਰਾਪਤ ਕਰ ਲਵਾਂਗੇ, ਤੇ ਕਹਿੰਦੇ ਅੰਤ ਨਹੀਂ ਪਾਇਆ ਜਾ ਸਕਦਾ, ਕਿਉਂਕਿ ਬੇਅੰਤ ਦਾ ਕਦੇ ਅੰਤ ਪੈ ਹੀ ਨਹੀਂ ਸਕਦਾ ਹੈ। ਜਿਹੜਾ ਬੇਅੰਤ ਹੋਵੇ ਨਾ, ਉਹਦਾ ਕਦੇ ਵੀ ਅੰਤ ਨਹੀਂ ਪੈ ਸਕਦਾ। ਜੇ ਅੰਤ ਪੈ ਗਿਆ ਫਿਰ ਉਹ ਬੇਅੰਤ ਨਹੀਂ ਹੋ ਸਕਦਾ। ਤੇ ਐਡਾ ਵੱਡਾ ਪਰਮੇਸ਼ਰ ਹੈ, ਧਰਤੀ ਦੇ ਕਿਸੇ ਵੀ ਕੋਨੇ 'ਤੇ ਆਪਾਂ ਚਲੇ ਜਾਈਏ, 9 ਖੰਡ ਪ੍ਰਿਥਵੀ, 9 ਖੰਡ ਪ੍ਰਿਥਵੀ ਦੇ ਵਿੱਚ ਜਿੱਥੇ ਜਾਵਾਂਗੇ ਸਾਨੂੰ ਛੱਤ ਨਸੀਬ ਹੋਵੇਗੀ, ਆਕਾਸ਼ ਦੀ ਛੱਤ। ਆਕਾਸ਼ ਨਹੀਂ ਮੁੱਕੇਗਾ। ਜਿਵੇਂ ਆਕਾਸ਼ ਦਾ ਕੋਈ ਹੱਦ ਬੰਨਾ ਨਹੀਂ, ਤੇ ਪਰਮੇਸ਼ਰ ਦਾ ਹੱਦ ਬੰਨਾ ਆਪਾਂ ਕਿਵੇਂ ਗੁਰੂ ਸਰੇ ਪ੍ਰਾਪਤ ਕਰ ਲਵਾਂਗੇ? ਕਿਉਂਕਿ ਉਹੀ ਪਰਮੇਸ਼ਰ ਦਾ ਰੂਪ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਪਾਤਾਲਾ ਪਾਤਾਲ ਲਖ ਆਗਾਸਾ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਬਾਤ। ਆਪਾਂ ਤਾਂ ਇੱਕ ਆਕਾਸ਼ ਦੀ ਗੱਲ ਕਰ ਰਹੇ ਹਾਂ, ਤੇ ਪਾਤਸ਼ਾਹ ਕਹਿੰਦੇ ਲੱਖਾਂ ਹੀ ਪਤਾ ਤੇ ਲੱਖਾਂ ਹੀ ਆਗਾਸ ਨੇ। ਕਿਸ ਤਰ੍ਹਾਂ ਗਿਣਤੀ ਕਰਕੇ ਦੱਸੀਏ? ਗਿਣਤੀ ਨਹੀਂ ਕੀਤੀ ਜਾ ਸਕਦੀ ਹੈ। ਇਸ ਕਰਕੇ ਉਹ ਵਾਹਿਗੁਰੂ ਜਿਹੜਾ ਹੈ ਉਹ ਬੇਅੰਤ ਹੈ। ਉਹਨੂੰ ਫਿਰ ਅਪਰੰਪਰ ਆਖਿਆ ਗਿਆ, ਪਰੇ ਤੋਂ ਪਰੇ, ਜਿਹਦਾ ਕੋਈ ਹੱਦ ਬੰਨਾ ਨਹੀਂ ਹੈ। ਕਹਿੰਦੇ ਆਪ ਹੀ ਅਪਰੰਪਰ ਬੇਅੰਤ ਹੈ। ਆਪ ਹੀ ਕਹਿੰਦੇ ਆਪਣੀ ਵਿਚਾਰ ਵਾਹਿਗੁਰੂ ਬਖਸ਼ਿਸ਼ ਕਰਦਾ ਹੈ। ਜਿਨ੍ਹਾਂ ਉੱਤੇ ਬਖਸ਼ਿਸ਼ ਕਰਦਾ, ਫਿਰ ਉਹ ਵਾਹਿਗੁਰੂ ਦੇ ਗੁਣਾਂ ਦੀ ਉਹ ਵਿਚਾਰ ਕਰਦੇ ਹਨ। ਆਪੇ ਮੇਲੇ ਕਰਨੀ ਸਾਰੀ। ਆਪ ਹੀ ਵਾਹਿਗੁਰੂ ਫਿਰ ਆਪਣੇ ਨਾਲ ਮੇਲਦਾ, ਜਿਹੜੇ ਨੂੰ ਭਾਉਂਦੇ ਨੇ। ਹੁਣ ਦੇਖੋ, ਪ੍ਰਹਲਾਦ ਦੀ ਆਪਾਂ ਸਾਰੇ ਸਾਖੀ ਜਾਣਦੇ ਹਾਂ। ਹਿਰਣਕਸ਼ਪ ਪ੍ਰਹਲਾਦ ਦਾ ਪਿਤਾ ਹਰਨਾਖਸ, ਜਿਹੜਾ ਦੈਂਤ ਬੁੱਧੀ ਵਾਲਾ, ਸਾਰੇ ਮਾੜੇ ਕਰਮ ਕਰਦਾ ਹੈ। ਜਿਹਨੇ ਕਹਿ ਦਿੱਤਾ ਕਿ ਜਿਵੇਂ ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ, ਜਲੇ ਹਰੀ ਥਲੇ ਹਰੀ ਉਭੇ ਹਰੀ ਹੈ ਹੀ ਹਰੀ, ਜਲਸ ਤੂੰ ਹੀ ਥਲਸ ਤੂੰ ਹੀ, ਪਾਤਸ਼ਾਹ ਨੇ ਬਚਨ ਕੀਤੇ ਨੇ। ਤੇ ਗੁਰੂ ਸਵਾਰਿਓ, ਤੇ ਇਹ ਹਰਨਾਖਸ ਕਹਿਣ ਲੱਗਾ ਨਹੀਂ, ਇੰਜ ਆਖੋ ਕਿ ਜਲੇ ਹਰਨਾਖਸ ਥਲੇ ਹਰਨਾਖਸ। ਕਹਿਣ ਲੱਗਿਆ ਇਸ ਤਰ੍ਹਾਂ ਦੁਨੀਆ ਦੇ ਲੋਕਾਂ ਨੂੰ ਕਹਿਣ ਲੱਗਾ ਪਰਮੇਸ਼ਰ ਦਾ ਨਾਮ ਨਹੀਂ ਲੈਣਾ, ਪਰਮੇਸ਼ਰ ਮੈਂ ਹੀ ਹਾਂ। ਤੇ ਕਹਿਣ ਲੱਗਿਆ ਮੇਰੋ ਹੀ ਧਿਆਨ ਧਰੋ ਨਿਸਬਾਸਰ, ਨੇ ਭੂਲ ਕੇ ਔਰ ਕਾ ਨਾਮ ਨਾ ਲੀਚੈ। ਭੁੱਲ ਕੇ ਵੀ ਨਾਮ ਨਹੀਂ ਲੈਣਾ। ਜਿਹੜਾ ਹੋਰ ਪਰਮੇਸ਼ਰ ਦੇ ਨਾਮ ਲਵੇਗਾ ਉਹਨੂੰ ਫਿਰ ਕਤਲ ਕੀਤਾ ਜਾਂਦਾ, ਖਤਮ ਕੀਤਾ ਜਾਂਦਾ ਸੀ। ਜਦੋਂ ਉਹ ਆਖਣ ਲੱਗਾ ਕਿ ਮੈਂ ਹੀ ਬੇਅੰਤ ਹਾਂ, ਮੈਂ ਹੀ ਪਰਮੇਸ਼ਰ ਹਾਂ, ਮੈਂ ਮਰਨਾ ਨਹੀਂ ਹੈ, ਤੇ ਪਰਮੇਸ਼ਰ ਨੇ ਫਿਰ ਉਹਨੂੰ ਯਾਦ ਕਰਾਉਣ ਵਾਸਤੇ ਉਹਦੇ ਘਰ ਦੇ ਵਿੱਚ ਹੀ ਉਹਦਾ ਪੁੱਤਰ ਪੈਦਾ ਕਰ ਦਿੱਤਾ, ਪ੍ਰਹਲਾਦ ਆਪਣਾ ਪਿਆਰਾ ਭਗਤ, ਜੋ ਉਹਦੀ ਮੌਤ ਦਾ ਕਾਰਨ ਬਣਿਆ। ਆਪ ਜੀ ਸਾਰੇ ਇਤਿਹਾਸ ਤੋਂ ਭਲੀ ਪਤ ਜਾਣੂ। ਜਿਹਨੇ ਵਰ ਪ੍ਰਾਪਤ ਕੀਤੇ ਸੀ, ਨਾ ਦਿਨੇ ਮਰਾਂ ਨਾ ਰਾਤ ਨੂੰ, ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਨਾ ਧਰਤੀ 'ਤੇ ਮਰਾਂ ਨਾ ਆਕਾਸ਼ 'ਤੇ ਮਰਾਂ, ਨਾ ਹੀ 84 ਲੱਖ ਜੂਨਾਂ ਵਿੱਚੋਂ ਮੈਨੂੰ ਕੋਈ ਮਾਰ ਸਕੇ। ਤੇ ਪਰਮੇਸ਼ਰ ਨੇ ਗੁਰੂ ਵਰ ਵੀ ਪੂਰਾ ਕੀਤਾ, ਤੇ ਜਦੋਂ ਮਾਰਿਆ ਤੇ ਆਪਣੇ ਨੋਹਾਂ ਦੇ ਨਾਲ ਹੀ ਖਤਮ ਕੀਤਾ, ਨਰਸਿੰਘ ਰੂਪ ਧਾਰਨ ਕੀਤਾ। ਤੇ ਇਸ ਤਰ੍ਹਾਂ ਪਹਿਲਾ ਉਹ ਪਰਮੇਸ਼ਰ ਨੇ ਜਣਾਇਆ ਹੈ ਕਿ ਭਾਈ ਤੈਂ ਵਰ ਪ੍ਰਾਪਤ ਕੀਤਾ, ਪਰ ਤੂੰ ਮੇਰੀ ਬਰੋਬਰਤਾ ਨਹੀਂ ਕਰ ਸਕਦਾ ਹੈ। ਜਿਹਦੇ ਪਾਸੋਂ ਵਰ ਲਿਆ ਤੇ ਆਪਾਂ ਉਹਨੂੰ ਭੁੱਲ ਜਾਈਏ, ਫਿਰ ਮਾੜੀ ਗੱਲ ਹੈ ਨਾ। ਜਿਸ ਮਾਲਕ ਨੇ ਸਾਨੂੰ ਦਾਤਾਂ ਦਿੱਤੀਆਂ, ਸਭ ਕੁਝ ਦਿੱਤਾ ਏ, ਤੇ ਆਪਾਂ ਦਾਤੇ ਦਾ ਸ਼ੁਕਰਾਨਾ ਨਾ ਕਰੀਏ, ਧੰਨਵਾਦ ਨਾ ਕਰੀਏ, ਫਿਰ ਸਾਨੂੰ ਦਾਤੇ ਪਾਸੋਂ ਕੀ ਪ੍ਰਾਪਤ ਹੋਵੇਗਾ? ਇਸ ਕਰਕੇ ਗੁਰੂ ਸਵਾਰੇ ਇਹ ਜ਼ਰੂਰੀ ਹੈ, ਜੋ ਕੁਝ ਸਾਡੇ ਕੋਲ ਆਪਾਂ ਖਾ ਰਹੇ ਹਾਂ, ਪਹਿਨ ਰਹੇ ਹਾਂ, ਵਰਤ ਰਹੇ ਹਾਂ, ਜੋ ਕੁਝ ਵੀ ਹੈ ਪਰਮਾਤਮਾ ਦਿੱਤਾ ਹੋਇਆ ਹੈ, ਵਾਹਿਗੁਰੂ ਦਾ ਦਿੱਤਾ ਹੋਇਆ ਹੈ। ਤੇ ਵਾਹਿਗੁਰੂ ਦਾ ਆਪਾਂ ਸ਼ੁਕਰ ਕਰਨਾ ਹੈ। ਸਭ ਤੋਂ ਵੱਡੀ ਦਾਤ, ਪਹਿਲਾਂ ਵੀ ਦਾਸ ਨੇ ਕਈ ਵਾਰੀ ਬੇਨਤੀ ਕੀਤੀ ਹੈ ਕਿ ਸਭ ਤੋਂ ਵੱਡੀ ਦਾਤ ਸਾਨੂੰ ਮਾਲਕ ਨੇ ਤੰਦਰੁਸਤੀ ਦਿੱਤੀ ਹੋਈ ਹੈ। ਸਰੀਰ ਤੰਦਰੁਸਤ ਹੈ, ਆਪਾਂ ਅੰਮ੍ਰਿਤ ਵੇਲੇ ਉੱਠ ਸਕਦੇ ਹਾਂ। ਸਰੀਰ ਤੰਦਰੁਸਤ ਹੈ, ਆਪਾਂ ਗੁਰਦੁਆਰਾ ਸਾਹਿਬ ਆ ਸਕਦੇ ਹਾਂ। ਸਰੀਰ ਤੰਦਰੁਸਤ, ਆਪਾਂ ਬਾਣੀ ਪੜ੍ਹ ਸਕਦੇ ਹਾਂ, ਸਿਮਰਨ ਕਰ ਸਕਦੇ ਹਾਂ, ਸੇਵਾ ਕਰ ਸਕਦੇ ਹਾਂ। ਜੇ ਸਾਡੇ ਹੱਥ ਪੈਰ ਨਾ ਚੱਲਣ
ਤੰਦਰੁਸਤੀ ਨਾ ਹੋਵੇ ਤੇ ਆਪਾਂ ਕਿੱਥੋਂ ਸੇਵਾ ਸਿਮਰਨ ਕਰ, ਆਪਣੀ ਕਿਰਿਆ ਸੁਧ ਦੀ ਔਖੀ ਹੋ ਜਾਂਦੀ ਹੈ। ਇਹ ਵੱਡੀ ਬਖਸ਼ਿਸ਼ ਹੈ, ਤੰਦਰੁਸਤੀ ਜੋ ਮਾਲਕ ਨੇ ਬਖਸ਼ਿਸ਼ ਕੀਤੀ ਹੈ। ਤੇ ਸਤਿਗੁਰੂ ਕਹਿੰਦੇ ਨੇ ਫਿਰ ਆਪ ਹੀ ਵਾਹਿਗੁਰੂ ਜੋ ਕਿਰਪਾ ਕਰਦਾ ਨਾ, ਕਹਿੰਦੇ ਆਪ ਹੀ ਵਾਹਿਗੁਰੂ ਆਪਣੇ ਨਾਲ ਮਿਲਣ ਵਾਲਾ ਹੈ। ਕਿਆ ਕੋ ਕਾਰ ਕਰੇ ਬੇਚਾਰਾ, ਆਪੇ ਬਖਸ਼ ਮਿਲਾਏਂਦਾ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਕਹਿੰਦੇ ਵਿਚਾਰੇ ਜੀਵ ਦੇ ਬਸ ਕੀ ਗੱਲ ਹੈ, ਜੀਵ ਦੇ ਬਸ ਦੀ ਗੱਲ ਨਹੀਂ ਹੈ। ਕਹਿੰਦੇ ਜੀਵ ਵਿਚਾਰਾ ਕੀ, ਕਹਿੰਦੇ ਕੋਈ ਕਾਰ ਕਰ ਲਵੇ, ਕੁਝ ਨਹੀਂ ਕਰ ਸਕਦਾ। ਮਾਲਕ ਦੀ ਮਿਹਰ ਹੋਵੇ, ਕਿਰਪਾ ਹੋਵੇ ਨਾ, ਫਿਰ ਹੀ ਜੀਵ ਕਾਰ ਕਰ ਸਕਦਾ ਹੈ। ਕਹਿੰਦੇ ਆਪ ਹੀ ਬਖਸ਼ਿਸ਼ ਕਰਕੇ ਜਿਹੜੇ ਨੂੰ ਭਾਉਂਦੇ ਹਨ ਉਹਨਾਂ ਨੂੰ ਫਿਰ ਮਾਲਕ ਵਾਹਿਗੁਰੂ ਆਪੇ ਬਖਸ਼ ਮਿਲਾਏਂਦਾ, ਬਖਸ਼ਿਸ਼ ਕਰਕੇ ਆਪਣੇ ਨਾਲ ਮਿਲਾ ਲੈਂਦਾ ਹੈ। ਇਹ ਗੁਰੂ ਸਵਾਰੇ ਸਤਿਗੁਰੂ ਮਹਾਰਾਜ ਨੇ ਸਾਡੇ ਉੱਤੇ